ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਸੇਵਾ ਕੋ ਦੋ ਭਲੇ, ਏਕ ਸੰਤ ਇਕ ਰਾਮ। ਰਾਮ ਜੋ ਦਾਤਾ ਮੁਕਤ ਕਾਓ, ਸੰਤ ਜਪਾਵੈ ਨਾਮ। ਨਹਿ ਸੀਤਲੰ ਚੰਦਰ ਦੇਵਹਿ, ਨਹਿ ਸੀਤਲੰ ਬਾਵਨ ਚੰਦਨਹਿ। ਨਹਿ ਸੀਤਲੰ ਸੀਤੁਰ ਤੇਣ, ਨਾਨਕ ਸੀਤਲੰ ਸਾਧ ਸੁਵਜਨਹਿ। ਚੰਦਨ ਸੀਤਲ ਲੋਕ ਮੈਂ, ਚੰਦਨ ਤੇ ਸਸ ਸੀਤ। ਚੰਦਨ ਚੰਦਰਸ ਜੁਗਲ ਤੇ, ਸੀਤਲ ਸੰਤ ਸੰਗ ਨੀਤ। ਪਰਮ ਸਤਿਕਾਰਯੋਗ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਚਰਨਾਂ ਕਮਲਾਂ ਦੇ ਅੰਦਰ ਇਹ ਜੋ ਮਹਾਨ ਗੁਰਮਤਿ ਸਮਾਗਮ ਦੀ ਆਖਰੀ ਰਹਿਣ ਦੇ ਵਿੱਚ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਅੰਦਰ ਜੁੜ ਕੇ ਕਥਾ ਕੀਰਤਨ ਦਾ ਆਨੰਦ ਮਾਣ ਰਹੀ, ਸਤਿਗੁਰਾਂ ਦੀ ਪਾਵਨ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ। ਆਓ ਜਿੱਥੇ ਆਪਾਂ ਤਕਰੀਬਨ 1 ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ, ਇਕਾਗਰਤਾ ਦੇ ਨਾਲ ਜੁੜ ਕੇ ਬੈਠੇ ਆ, ਉੱਥੇ ਬਸ 15 ਕੁ ਮਿੰਟ ਹੋਰ ਆਪਾਂ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਨੀਆਂ ਨੇ। ਅੱਜ ਇਹ ਜੋ ਮਹਾਨ ਗੁਰਮਤਿ ਸਮਾਗਮ ਹੈ, ਉਹਦੀ ਆਖਰੀ ਰਾਤਰੀ ਦੇ ਦੀਵਾਨਾਂ ਵਿੱਚ ਆਪਾਂ ਹਾਜ਼ਰੀ ਭਰ ਰਹੇ ਹਾਂ ਤੇ ਕੱਲ ਨੂੰ ਇਸ ਸਮਾਗਮ ਦੀ ਸੰਪੂਰਨਤਾ ਹੀ ਹੋ ਜਾਣੀ ਹੈ, ਸਮਾਪਤੀ ਹੋ ਜਾਣੀ ਹੈ ਤੇ ਫਿਰ ਸਾਧ ਸੰਗਤ ਇਹ ਸਮਾਂ ਹੈ ਨਾ ਜਿਹੜਾ ਪੂਰੇ 1 ਸਾਲ ਬਾਅਦ ਆਉਣਾ ਤੇ 1 ਸਾਲ ਦੇ ਵਿੱਚ ਬੜਾ ਕੁਝ ਬਦਲ ਜਾਂਦਾ ਹੈ। ਪਤਾ ਤਾਂ ਇੱਕ ਪਲ ਦਾ ਨਹੀਂ ਲੱਗਦਾ। ਰੇ ਮਨ ਕਾਉਨ ਸਹਾਈ ਮਨ ਰੇ, ਕਾਉਨ ਸਹਾਈ ਮਨ ਕਰ। ਮਾਤ ਪਿਤਾ ਬਨਤਾ ਸੁਧ ਬੰਧਪ ਹਿਤ ਲਾਗੋ ਸਭ ਫਨ ਕਾ। ਆਗਿਆ ਕਉ ਕਿਛ ਤੁਲਹਾ ਬੰਧੋ ਕਿਆ ਪ੍ਰਭਾਸਾ ਤਨ ਕਾ। ਕਹਾ ਵਿਸਾਸਾ ਇਸ ਭਾਂਡੇ ਕਾ ਇਤਨਕ ਲਾਗੇ ਠਨਕਾ। ਆਪਾਂ ਸਾਲ ਦੀ ਗੱਲ ਕਰਦੇ ਹਾਂ, ਪਤਾ ਤਾਂ ਇੱਥੇ ਇੱਕ ਪਲ ਦਾ ਨਹੀਂ। ਇਹ ਸਵਾਸ ਜਿਹੜਾ ਅੰਦਰ ਗਿਆ ਹੈ ਉਹ ਬਾਹਰ ਆਉਣਾ ਹੈ ਜਾਂ ਨਹੀਂ ਆਉਣਾ ਇਹ ਪਤਾ ਨਹੀਂ। ਇਸੇ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਵਿੱਚ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਹ ਫਰਮਾਨ ਕੀਤਾ, ਹਮ ਆਦਮੀ ਹਾਂ ਇੱਕ ਦਮੀ ਮੁਹਲਤ ਮੌਤ ਨਾ ਜਾਣਾ। ਕਹਿੰਦੇ ਤੇਰੇ ਕੋਲ ਮੁਹਲਤ ਕੁਛ ਨਹੀਂ। ਆਪਾਂ ਕਹਿੰਦੇ ਆ ਨਾ, ਜੇ ਆਪਾਂ ਕਿਸੇ ਤੋਂ ਕੋਈ ਚੀਜ਼ ਉਧਾਰੀ ਲੈ ਲਈਏ ਫਿਰ ਉਹ ਵਾਪਸ ਨਾ ਕਰੀਏ, ਜਿਸ ਕੋਲੋਂ ਲਈ ਹੋਵੇ ਉਹ ਲੈਣ ਵਾਸਤੇ ਆ ਜਾਏ ਕਿ ਮੇਰੀ ਚੀਜ਼ ਤੂੰ ਲੈ ਕੇ ਗਿਆ ਸੀ, ਮਹੀਨਾ ਹੋ ਗਿਆ, 2 ਮਹੀਨੇ ਹੋ ਗਏ, ਹੁਣ ਵਾਪਸ ਕਰ। ਅਸੀਂ ਕਹਿ ਦਿੰਦੇ ਆ ਵੀ ਸਾਡੇ ਕੋਲ ਹਜੇ ਹੈ ਨਹੀਂ, ਸਾਨੂੰ ਥੋੜਾ ਸਮਾਂ ਦੇ, ਥੋੜੀ ਮੁਹਲਤ ਦੇ ਹੋਰ। ਪਰ ਪਾਤਸ਼ਾਹ ਕਹਿੰਦੇ ਦੁਨੀਆ ਦੇ ਲੋਕਾਂ ਤੋਂ ਤਾਂ ਮੁਹਲਤ ਮੰਗ ਲੈਂਦਾ। ਦੁਨੀਆ ਦੀਆਂ ਕਚਹਿਰੀਆਂ ਦੇ ਵਿੱਚ ਸਬੂਤ ਪੇਸ਼ ਨਹੀਂ ਹੁੰਦੇ ਤਾਂ ਮੁਹਲਤ ਮੰਗ ਲੈਂਦਾ, ਤਰੀਕ ਅੱਗੇ ਲੈ ਦਿੰਦੇ ਨੇ ਵਕੀਲ। ਪਰ ਇਹ ਕੇਵਲ ਉਸ ਅਕਾਲ ਪੁਰਖ ਦੀ ਦਰਗਾਹ ਐਸੀ ਹੈ ਜਿੱਥੇ ਮੁਹਲਤ ਨਹੀਂ ਮਿਲਦੀ। ਇੱਥੇ ਤਾਂ ਜਿਤਨੇ ਸਵਾਸ ਤੇਰੇ ਸਰੀਰ ਰੂਪ ਭਾਂਡੇ ਦੇ ਵਿੱਚ ਗਿਣ ਕੇ ਪਾ ਦਿੱਤੇ ਨੇ ਨਾ, ਉਹ ਨਹੀਂ ਆਉਣੇ ਤੈਨੂੰ। ਨਣ ਘਾਲਿਆ ਸਭ ਦਿਵਸ ਸਾਸ ਨਹਿ ਬਦਨ ਘਟਨ ਤਿਲ ਸਾਰ। ਇਹਦੇ ਵਿੱਚ ਤਿਲ ਮਾਤਰ ਵਾਧਾ ਨਹੀਂ ਹੋ ਸਕਦਾ, ਨਾ ਤਿਲ ਮਾਤਰ ਘਾਟਾ ਹੋ ਸਕਦਾ। ਹੁਣ ਤਿਲ ਸਾਰ ਸੰਗਤ ਜੀ ਕਿੱਡਾ ਕੁ ਹੁੰਦਾ ਭਲਾ। ਤਿਲ ਖਾਨੇ ਆ, ਤਿਲ ਰਿਉੜੀਆਂ ਵਿੱਚ ਲੱਗੇ ਹੁੰਦੇ ਆ,
ਖੀਰਾਂ ਦੇ ਵਿੱਚ ਵੀ ਪਾਈਦੇ ਆ, ਛਕੀਦੇ ਨੇ। ਤਿਲ ਕਿੱਡਾ ਗੁੰਦਾ ਭੋਰਾ ਗੁੰਦਾ। ਪਾਤਸ਼ਾਹ ਕਹਿੰਦੇ ਜਿੰਨੇ ਸਵਾਸ ਤੇਰੇ ਸਰੀਰ ਰੂਪ ਭਾਂਡੇ ਦੇ ਵਿੱਚ ਉਸ ਅਕਾਲ ਪੁਰਖ ਨੇ ਪਾਏ ਨੇ ਨਾ, ਉਹ ਗਿਣ ਕੇ ਪਾਇਆ। ਇਹਦੇ ਵਿੱਚ ਤਿਲ ਮਾਤਰ ਵਾਧਾ ਘਾਟਾ ਨਹੀਂ ਹੋ ਸਕਦਾ। ਆਪਾਂ ਸਾਲ ਦੀ ਉਡੀਕ ਲਾਈ ਬੈਠੇ ਹਾਂ। ਹਮ ਆਦਮੀ ਹਾਂ ਇੱਕਦਮ ਹੀ ਮੋਹਲਤ ਮੋਹਤ ਨਾ ਜਾਣਾ, ਤੈਨੂੰ ਇੱਕਦਮ ਦੀ ਮੋਹਲਤ ਨਹੀਂ ਮਿਲਣੀ। ਹੁਣ ਸਾਰੀ ਜ਼ਿੰਦਗੀ ਤਾਂ ਵਿਸ਼ੇ ਵਿਕਾਰਾਂ ਦੇ ਵਿੱਚ ਲੰਘਾ ਦਿੱਤੀ। ਮਨ ਨੂੰ ਕਦੇ ਸਤਸੰਗਤ ਚੰਗੀ ਨਹੀਂ ਲੱਗੀ, ਗੁਰਬਾਣੀ ਚੰਗੀ ਨਹੀਂ ਲੱਗੀ, ਸਤਿਗੁਰਾਂ ਦੀ ਸੰਗਤ ਦੇ ਵਿੱਚ ਆ ਕੇ ਕਦੇ ਨਹੀਂ ਬੈਠਿਆ। ਵਿਸ਼ੇ ਵਿਕਾਰਾਂ ਦੇ ਵਿੱਚ ਜ਼ਿੰਦਗੀ ਗਲਤਾਨ ਕਰ ਲਈ। ਤੇ ਫਿਰ ਜਦੋਂ ਅਖੀਰ ਆਈ ਨਾ, ਤੇ ਫਿਰ ਕਹਿੰਦੇ ਨੂੰ ਚੇਤੇ ਕਰ ਲਈ। ਕਹਿੰਦੇ ਨਹੀਂ, ਫਿਰ ਮੋਹਲਤ ਨਹੀਂ ਮਿਲਣੀ। ਹੁਣ ਤੇਰੇ ਕੋਲ ਸਮਾਂ ਹੈ। ਅਬ ਨਾ ਭਜਸ ਭਜਸ ਕਬ ਭਾਈ। ਜੇ ਹੁਣ ਨਹੀਂ ਉਸ ਪਰਮੇਸ਼ਰ ਦਾ ਭਜਨ ਕੀਤਾ, ਫਿਰ ਕਦੋਂ ਕਰੇਗਾ? ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਫਿਰ ਉਹ ਪਰਮੇਸ਼ਰ ਦੀ ਬੰਦਗੀ ਕਰਨ ਵਾਸਤੇ ਤੈਨੂੰ ਸਮਾਂ ਨਹੀਂ ਮਿਲਣਾ, ਮੋਹਲਤ ਨਹੀਂ ਮਿਲਣੀ। ਤੇ ਰੱਬ ਦੇ ਪਿਆਰੇ ਵਿਚਾਰ ਕਰ ਰਹੇ ਸਨ, ਸਾਧੂਆਂ ਦੀ ਸਾਧੂ ਕੌਣ ਨੇ? ਪਰਸੋਂ ਤੋਂ ਪ੍ਰਸੰਗ ਚੱਲ ਰਿਹਾ, ਅੱਜ ਵੀ ਆਪਾਂ ਕੀਰਤਨ ਦੇ ਵਿੱਚ ਸਾਧੂਆਂ ਦੀ ਉਸਤਤ, ਕਿੱਦਾਂ ਉਸ ਅਕਾਲ ਪੁਰਖ ਦੀ ਬਾਣੀ ਨੂੰ ਪੜ੍ਹ ਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜ੍ਹ ਕੇ, ਜਪਜੀ ਸਾਹਿਬ ਨੂੰ ਪੜ੍ਹ ਕੇ ਭਾਈ ਲੱਖੂ ਇੱਕ ਧਾੜਵੀ ਤੋਂ ਸਾਧੂ ਬਿਰਤੀ ਦਾ ਲੋਕ ਬਣ ਗਿਆ। ਸਾਧੂ ਬਿਰਤੀ ਦਾ ਧਾਰਨੀ ਬਣ ਗਿਆ। ਸਾਧੂ ਲੋਕਾਂ ਦੇ ਵਿੱਚ ਬੈਠਣ ਲੱਗ ਗਿਆ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਬੈਠਣ ਲੱਗ ਗਿਆ। ਸਾਧ ਸੰਗਤ ਦੀ ਗੁਰਬਾਣੀ ਐਸੀ ਹੈ, ਇਹ ਲੋਹੇ ਤੋਂ ਕੰਚਨ ਬਣਾ ਦਿੰਦੀ ਹੈ। ਇਹ ਪਾਰਸ ਦੀ ਨਿਆਈ ਹੈ, ਇਹ ਲੋਹੇ ਤੋਂ ਸੋਨਾ ਬਣਾ ਦਿੰਦੀ ਹੈ। ਸਤਿਗੁਰਾਂ ਦੀ ਬਾਣੀ ਐਸੀ ਹੈ। ਤੇ ਸਾਧੂ ਕੌਣ ਹੈ? ਜਿਨ੍ਹਾਂ ਸਾਸ ਵਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਕੱਲ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਕਿ ਸਾਧ ਸਾਧੂ ਸ਼ਬਦ, ਸੰਤ ਸ਼ਬਦ 2.5 ਅੱਖਰਾਂ ਦਾ ਸ਼ਬਦ ਹੈ। ਸੱਸਾ ਉੱਤੇ ਟਿੱਪੀ ਜਿਹੜੀ ਅੱਧੇ ਨੰਨੇ ਦੀ ਆਵਾਜ਼ ਕੱਢਦੀ ਹੈ, ਔਰ ਤੱਤਾ, ਇਹ 2.5 ਅੱਖਰਾਂ ਦਾ ਸ਼ਬਦ ਸੰਤ ਹੈ। ਪਰ ਸੰਤ ਬਣਨ ਦੇ ਵਾਸਤੇ ਸਾਧ ਸੰਗਤ ਨੂੰ ਯੁੱਗ ਵੀ ਘੱਟ ਪੈ ਜਾਂਦੇ ਹੈ। ਯੁੱਗਾਂ ਦੀ ਉਮਰ, ਵਾਰ-ਵਾਰ ਜਨਮ ਲੈ ਕਰਕੇ ਉਸ ਪਰਮੇਸ਼ਰ ਦੀ ਬੰਦਗੀ ਕਰੀ ਜਾਈਏ। ਲੱਖਾਂ ਕਰੋੜਾਂ ਅਰਬਾਂ ਸਾਲ ਉਸ ਪਰਮੇਸ਼ਰ ਦੀ ਬੰਦਗੀ ਕਰੀ ਜਾਈਏ ਜਨਮ ਲੈ ਕਰਕੇ, ਫਿਰ ਕਿਤੇ ਸਾਧੂ ਬਣਦਾ। ਤੇ ਜਿਹੜੇ ਸਾਧੂ ਬਣ ਗਏ ਉਹਨਾਂ ਦੇ ਗੁਣ ਕਿਹੜੇ ਹੈ? ਆਮ ਤੌਰ ਤੇ ਕੀ ਹੈ ਕਿ ਦਿਖਾਵੇ ਦੇ ਵਾਸਤੇ ਕਈ ਮੇਰੇ ਵਰਗਿਆਂ ਨੇ ਚੋਲਾ ਪਾ ਲਿਆ, ਕਿ ਕਾਲੇ ਕੱਪੜੇ ਪਾ ਕੇ ਦਿਖਾਵੇ ਵਾਸਤੇ ਸੂਫੀ ਬਣ ਗਏ। ਕਈਆਂ ਨੇ ਭਗਵੇਂ ਵਸਤਰ ਪਾ ਲਏ ਲੋਕਾਂ ਦਾ ਮਾਲ ਹੜੱਪਣ ਦੇ ਵਾਸਤੇ, ਲੋਕਾਂ ਨੂੰ ਲੁੱਟਣ ਦੇ ਵਾਸਤੇ ਵੱਖ-ਵੱਖ ਢੰਗ ਤਰੀਕੇ ਬਣਾ ਲਏ। ਪਰ ਸਾਧੂ, ਭੇਖ ਦਾ ਸਾਧੂ, ਜਿਹੜਾ ਭੇਖ ਦਾ ਸਾਧੂ ਹੈ ਨਾ, ਉਹ ਪਰਮੇਸ਼ਰ ਦੇ ਦਰਬਾਰ ਉੱਤੇ ਪ੍ਰਵਾਨ ਨਹੀਂ ਹੁੰਦਾ। ਸਾਧੂ ਇਹ ਨਹੀਂ ਕਿ ਚੋਲੇ ਪਾਉਣ ਵਾਲਾ ਹੈ, ਭਗਵੇਂ ਪਾਉਣ ਵਾਲਾ ਹੈ, ਹਰੇ ਪਾਉਣ ਵਾਲਾ ਜਾਂ ਕਾਲੇ ਪਾਉਣ ਵਾਲਾ ਨਹੀਂ। ਇਹ ਅਕਾਲ ਪੁਰਖ ਤੇਰਾ ਜਿੱਥੇ ਕੋਈ ਦੇਸ਼ ਨਹੀਂ ਨਾ, ਉੱਥੇ ਤੇਰਾ ਕੋਈ ਭੇਸ਼ ਵੀ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਚਨ ਪੜ੍ਹਦੇ ਆ ਨਾ ਜਾਪ ਸਾਹਿਬ ਦੇ ਵਿੱਚ, ਨਮਸਤੰ ਅਦੇਸੇ, ਇਹ ਅਕਾਲ ਪੁਰਖ ਤੇਰਾ ਕੋਈ ਦੇਸ਼ ਨਹੀਂ, ਸਾਰੇ ਦੇਸ਼ ਤੇਰੇ ਨੇ, ਤੂੰ ਕਿਸੇ ਇੱਕ ਦੇਸ਼ ਦਾ ਵਾਸੀ ਨਹੀਂ। ਨਮਸਤੰ ਅਦੇਸੇ ਨਮਸਤੰ ਅਭੇਸੇ, ਜਿੱਥੇ ਤੇਰਾ ਕੋਈ ਦੇਸ਼ ਨਹੀਂ ਨਾ, ਉੱਥੇ ਤੇਰਾ ਕੋਈ ਭੇਸ ਵੀ ਨਹੀਂ, ਸਾਰੇ ਭੇਸ ਤੇਰੇ ਆ। ਕੋਈ ਉੱਡੇ ਨੀਲ, ਕੋਈ ਸਫੇਦ, ਕੋਈ ਨੀਲੇ ਕੱਪੜੇ ਪਾ ਲੈਂਦਾ, ਕੋਈ ਚਿੱਟੇ ਪਾ ਲੈਂਦਾ, ਕੋਈ ਬੋਲੇ ਰਾਮ ਰਾਮ, ਕੋਈ ਅੱਲਾਹੇ, ਕੋਈ ਸੇਵੈ ਗੋਸਾਈਆਂ, ਕੋਈ ਖੁਦਾਏ, ਕੋਈ ਤੈਨੂੰ ਖੁਦਾ ਆਖਦਾ, ਕੋਈ ਰਾਮ ਆਖਦਾ, ਕੋਈ ਅੱਲਾ ਵਾਹਿਗੁਰੂ ਆਖਦਾ। ਤੇਰਾ ਨਾਮ ਵੀ ਇੱਕ ਨਹੀਂ, ਤੇ ਤੇਰਾ ਦੇਸ਼ ਵੀ ਇੱਕ ਨਹੀਂ, ਤੇਰੇ ਭੇਸ ਵੀ ਇੱਕ ਨਹੀਂ। ਇਹ ਸਾਰੇ ਨਾਮ, ਇਹ ਸਾਰੇ ਦੇਸ਼, ਇਹ ਸਾਰੇ ਭੇਸ਼, ਇਹ ਅਕਾਲ ਪੁਰਖ ਤੇਰੇ ਹੈ। ਇਸੇ ਕਰਕੇ ਜਿਹੜੇ ਰੱਬ ਦੇ ਪਿਆਰੇ ਹਨ ਨਾ, ਉਹ ਭੇਸ਼ਾਂ ਦੇ ਵਿੱਚ, ਉਹ ਭੇਸਾਂ ਦੇ ਸਾਧੂ ਨਹੀਂ ਹੁੰਦੇ। ਅਸਲ ਵਿੱਚ ਜਿਨ੍ਹਾਂ ਨੇ ਬੰਦਗੀ ਕੀਤੀ ਹੈ ਉਹ ਸਾਧੂ ਹੁੰਦੇ ਆ। ਪਰ ਸੰਤ ਦੇ ਗੁਣ ਕੀ ਮੰਨਦੇ ਆ? 3 ਗੁਣ ਦੱਸ ਦਿੰਦੇ ਆਮ ਤੌਰ ਤੇ। ਸੱਸੇ ਦਾ ਕਹਿੰਦੇ ਸਿਮਰਨ ਕਰਦੇ ਆ। ਫਿਰ ਅੱਧਾ ਜਿਹੜਾ ਨੰਨਾ ਟਿੱਪੀ, ਅੱਧੇ ਨੰਨੇ ਦੀ ਆਵਾਜ਼ ਕੱਢਦੀ, ਕਹਿੰਦੇ ਉਹਦੀ ਨਿਮਰਤਾ ਦੱਸ ਦਿੰਦੇ ਆ। ਤੇ ਫਿਰ ਜਿਹੜਾ ਤੱਤਾ ਉਹਦਾ ਤਿਆਗ ਦੱਸ ਦਿੰਦੇ ਆ। ਨਹੀਂ, ਸਾਧੂ ਦੇ ਵਿੱਚ ਗੁਣ ਬੇਅੰਤ ਨੇ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਇਹ ਮਹਾਂਪੁਰਖ, ਇਹ ਅਕਾਲ ਪੁਰਖ ਤੇਰੇ ਗੁਣ ਬਹੁਤੇ ਹੈ, ਮੈਂ ਇੱਕ ਵੀ ਨਹੀਂ ਜਾਣ ਸਕਿਆ। ਪਰ ਤੂੰ ਕਿਰਪਾ ਕੀਤੀ ਹੈ, ਤੇਰੀ ਕਿਰਪਾ ਦੇ ਨਾਲ ਇੱਥੇ ਬੈਠਾ ਬੋਲਦਾ ਹੈ ਤੇ ਤੇਰੇ ਸਾਧੂਆਂ ਦੀ ਤੇਰੀ ਉਸਤਤ ਕਰਦਾ ਹੈ।
ਕਿਰਪਾ ਕਰਕੇ ਇਹ ਬਲ ਬਖਸ਼ ਕੇ ਤੇਰੇ ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਜਿਹੜੇ ਤੇਰੇ ਦਰ ਦੇ ਉੱਪਰ ਪ੍ਰਵਾਨ ਹੋਏ ਨੇ, ਜਿਨ੍ਹਾਂ ਨੇ ਤੇਰੀ ਬੰਦਗੀ ਕੀਤੀ ਹੈ ਤੇ ਤੇਰੇ ਗੁਣ ਹਮੇਸ਼ਾ ਗਾਉਂਦੇ ਰਹੀਏ। ਤੇ ਸਾਧ ਸੰਗਤ ਕੱਲ ਦੇ ਦੀਵਾਨਾਂ ਦੇ ਵਿੱਚ ਆਪਾਂ ਜਿਹੜੇ ਸੰਤ ਸ਼ਬਦ ਦੇ ਥੋੜੇ ਜਿਹੇ ਗੁਣ ਸਨ ਨਾ, ਥੋੜੇ ਜਿਹੇ ਅਰਥ ਸਨ, ਆਪਾਂ ਸਰਵਣ ਕੀਤੇ ਆ। ਇੱਕ ਤਾਂ ਸਿਮਰਨ ਬੜਾ ਕਰਦੇ ਆ, ਇੱਕ ਸਾਧ ਸੰਗਤ ਸਹਿਣਸ਼ੀਲਤਾ ਬੜੀ ਹੁੰਦੀ ਹੈ, ਤੇ ਇੱਕ ਉਹਨਾਂ ਦੇ ਵਿੱਚ ਸਬਰ ਬੜਾ ਹੁੰਦਾ ਹੈ। ਜਿੱਦਾਂ ਭਗਤ ਕਬੀਰ ਜੀ ਫਰਮਾਨ ਕਰਦੇ ਆ, ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਵੇ ਜੀਓ। ਭਗਤ ਫਰੀਦ ਜੀ ਕਹਿੰਦੇ ਜੀ ਗਵਾਂਢੀ ਦੀ ਥਾਲੀ ਦੇ ਵਿੱਚ ਨਾ ਚੋਪੜੀ ਰੋਟੀ ਪਈ ਹੈ ਨਾ, ਤੇ 3-4 ਕਿਸਮ ਦੀਆਂ ਦਾਲ ਸਬਜ਼ੀਆਂ ਪਈਆਂ ਨੇ, 2-3 ਕਿਸਮ ਦਾ ਮਿੱਠਾ ਪਿਆ, ਸਲਾਦ ਪਿਆ, ਸਭ ਕੁਝ ਪਿਆ, ਲੱਸੀ ਪਈ ਹੈ, ਤੇਰੇ ਕੋਲ ਦੁੱਧ ਪਿਆ, ਪਾਣੀ ਪਿਆ, ਜੋ ਦਿਲ ਕਰਦਾ ਪੀ ਲਵੇਂ। ਤੇ ਰੱਬ ਨੇ ਤੇਰੀ ਥਾਲੀ ਦੇ ਵਿੱਚ 2 ਸੁੱਕੀਆਂ ਰੋਟੀਆਂ ਰੱਖੀਆਂ ਨੇ, ਪਾਣੀ ਦੇ ਨਾਲ ਰੱਖੀਆਂ ਨੇ, ਤੇ ਰੱਬ ਦਾ ਸ਼ੁਕਰ ਮਨਾ ਕੇ ਪੀ ਲਿਆ ਕਰ। ਤੇ ਭਗਤ ਫਰੀਦ ਜੀਆਂ ਨੇ ਫਿਰ ਖਾਧੀ ਵੀ ਸੁੱਕੀ ਰੋਟੀ। ਤੇ ਸਾਧ ਸੰਗਤ ਜੀ ਆਪਣੀ ਪਾਵਨ ਬਾਣੀ ਵਿੱਚ ਫਰਮਾਨ ਕਰਦੇ ਆ, ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਘੜੇ ਸਹਿਣਗੇ ਦੁੱਖ। ਕਹਿੰਦੇ ਜਿਨ੍ਹਾਂ ਨੇ ਹੇ ਪਰਮੇਸ਼ਰ ਤੇਰੇ ਨਾਮ ਜਪੇ ਤੋਂ ਬਗੈਰ ਚੋਪੜੀਆਂ ਖਾਧੀਆਂ ਨੇ ਨਾ, ਉਹ ਦੁੱਖ ਪਾਉਣਗੇ। ਤੇ ਜਿਨ੍ਹਾਂ ਨੇ ਤੇਰੀ ਬੰਦਗੀ ਕਰਦੇ ਹੋਏ ਸੁੱਕੀਆਂ ਖਾਧੀਆਂ ਨੇ ਨਾ, ਉਹ ਤੇਰੀ ਗੋਦ ਦੇ ਵਿੱਚ ਵਿਰਾਜਮਾਨ ਹੋ ਜਾਣਗੇ। ਉਹਨਾਂ ਨੂੰ ਸੁੱਕੀ ਰੋਟੀ ਵਿੱਚੋਂ ਸਵਾਦ ਹੁੰਦਾ, ਸਬਰ ਬੜਾ ਸਾਧੂ ਦੇ ਵਿੱਚ। ਜਿੱਦਾਂ ਹੁਣ ਭਗਤ ਕਬੀਰ ਜੀਆਂ ਦੀ ਸਾਖੀ ਆਪਾਂ ਸੁਣਦੇ ਸਾਂ ਸਾਰੇ, ਪੁੱਤਰ ਦਾ ਨਾਂ ਕਮਾਲਾ ਹੈ, ਪੁੱਤਰੀ ਦਾ ਨਾਂ ਕਮਾਲੀ, ਤੇ ਕਮਾਲੀ ਦੀ ਰੱਖ ਦਿੱਤੀ ਸ਼ਾਦੀ। ਤੇ ਕੰਮ ਕੀ ਕਰਦੇ ਆ? ਜੁਲਾਹੇ। ਜੁਲਾਹਿਆਂ ਦਾ ਕੀ ਕੰਮ ਹੈ? ਕੱਪੜਾ ਬੁਣਨਾ, ਮੰਡੀਆਂ ਦੇ ਵਿੱਚ ਵੇਚ ਆਉਣਾ, ਬਾਜ਼ਾਰਾਂ ਦੇ ਵਿੱਚ ਥੋੜੇ ਬਹੁਤੇ ਪੈਸੇ ਬਣਦੇ, ਸਾਧੂ ਸੰਤਾਂ ਦੀ ਸੇਵਾ ਵਿੱਚ ਲਾ ਦੇਣੇ। ਤੇ ਥੋੜਾ ਜਿਹਾ ਕੱਪੜਾ ਬੁਣਿਆ ਮਾਤਾ ਲੋਈ ਦੇ ਨਾਲ, ਭਗਤ ਕਬੀਰ ਜੀਆਂ ਨੇ ਮਦਦ ਕੀਤੀ ਇੱਕ ਦੂਜੇ ਦੀ, ਕੱਪੜਾ ਤਿਆਰ ਕੀਤਾ। ਭਗਤ ਕਬੀਰ ਜੀਆਂ ਨੂੰ ਆਖਣ ਲੱਗੀ, ਕਬੀਰ ਜੀ ਭਗਤ ਜੀ ਜਾਓ ਬਾਜ਼ਾਰ ਵਿੱਚ ਵੇਚੋ, ਤੇ ਵੇਚ ਕੇ ਥੋੜੇ ਪੈਸੇ ਲੈ ਕੇ ਆਓ, ਤੇ ਆਪਾਂ ਆਪਣੀ ਪੁੱਤਰੀ ਦੀ ਸ਼ਾਦੀ ਕਰ ਸਕੀਏ। ਤੇ ਹੁਣ ਸਾਰ ਸੰਗਤ ਸੰਖੇਪ ਦੇ ਵਿੱਚ ਦੱਸਾਂ, ਵਿਸਥਾਰ ਵਿੱਚ ਨਾ ਜਾਵਾਂ। ਆਪਾਂ ਸੁਣਿਆ ਹੀ ਆ ਨਾ ਪਹਿਲਾਂ ਕਿ ਕੱਪੜਾ ਲੈ ਕੇ ਚਲੇ ਗਏ, ਸਰਗੁਣ ਤੋਂ ਨਿਰਗੁਣ ਰੂਪ ਧਾਰ ਕੇ, ਨਿਰਗੁਣ ਤੋਂ ਸਰਗੁਣ ਰੂਪ ਧਾਰ ਕੇ ਉਹ ਪਰਮੇਸ਼ਰ ਇਸ ਧਰਤੀ ਉੱਪਰ ਆਇਆ ਭਗਤ ਕਬੀਰ ਦੀ ਪਰਖ ਕਰਨ ਦੇ ਵਾਸਤੇ, ਉਹਦਾ ਸਬਰ ਵੇਖਣ ਵਾਸਤੇ। ਕਿ ਅਸਲ ਵਿੱਚ ਸਬਰ ਹੈ, ਜਿਹਦੇ ਵਿੱਚ ਹੈ ਸਬਰ ਉਹ ਸਾਧੂ ਹੈ। ਸਾਧੂਆਂ ਦਾ ਗੁਣ ਹੈ ਸਬਰ, ਸੰਤੋਖ ਉਹਨਾਂ ਦਾ ਗੁਣ ਹੈ। ਸਤਿਆਂ ਮਨ ਸੰਤੋਖ ਉਪਜਾ ਦੇਣਾ ਕੈ ਵਿਚਾਰ। ਕਹਿੰਦੇ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਸੰਤੋਖ ਹੁੰਦਾ ਨਾ, ਉਹਨਾਂ ਨੂੰ ਦੁਨੀਆ ਦੇ ਪਦਾਰਥ ਇਕੱਠੇ ਕਰਨ ਦੀ ਲਾਲਸਾ ਨਹੀਂ ਹੁੰਦੀ ਕਿ ਆਹ ਵੀ ਮਿਲ ਜਾਏ, ਆਹ ਵੀ ਮਿਲ ਜਾਏ, ਆਹ ਵੀ ਮਿਲ ਜਾਏ। ਉਹਨਾਂ ਨੂੰ ਦਾਨ ਕਰਨ ਦੀ, ਸਾਧ ਸੰਗਤ ਦੀ ਲਾਲਚ ਰਹਿੰਦਾ ਕਿ ਕਿੱਥੇ ਮੈਂ ਦਾਨ ਕਰ ਸਕਾਂ। ਤੇ ਭਗਤ ਕਬੀਰ ਜੀਆਂ ਦੇ ਹਿਰਦੇ ਦੇ ਵਿੱਚ ਇਹ ਬਚਨ ਸਤਿਗੁਰਾਂ ਦਾ ਘਰ ਕਰੀ ਬੈਠਾ ਕਿ ਸਤਿਆ ਮਨ ਸੰਤੋਖ ਹੀ ਉਪਜੈ ਦੇਣਾ ਕੈ ਵਿਚਾਰ। ਦੇਣ ਵਾਸਤੇ ਸਾਧ ਸੰਗਤ ਤਤਪਰ ਰਹਿੰਦੇ ਹੈ। ਰੱਬ ਦੇ ਪਿਆਰਿਆਂ ਕੋਲੋਂ ਮੰਗਿਆ, ਫਿਰ ਰੱਬ ਨੇ ਭਗਤ ਕਬੀਰ ਜੀਆਂ ਕੋਲੋਂ ਕਮਾਲੀ ਦੀ ਸ਼ਾਦੀ ਵਾਸਤੇ ਪੈਸੇ ਲੈਣ ਵਾਸਤੇ ਗਿਆ, ਵੇਚ ਕੇ ਕੱਪੜਾ, ਕਿ ਕੱਪੜਾ ਵੇਚਾਂਗਾ, ਧੀ ਦੀ ਸ਼ਾਦੀ ਕਰਾਂਗਾ, ਪੁੱਤਰੀ ਦੀ ਸ਼ਾਦੀ ਕਰਾਂਗਾ, ਥੋੜੇ ਪੈਸੇ ਆ ਜਾਣਗੇ। ਹੁਣ ਰਸਤੇ ਦੇ ਵਿੱਚ ਤੁਰੇ ਜਾਂਦੇ ਆ, ਥੋੜਾ ਥੋੜਾ ਕਰਕੇ ਉਸ ਪਰਮੇਸ਼ਰ ਨੇ ਸਾਰਾ ਕੱਪੜਾ ਲੈ ਲਿਆ। ਹੁਣ ਸਬਰ ਹੈ। ਜੇ ਸਾਡੇ ਵਰਗਾ ਹੁੰਦਾ ਕਹਿੰਦੇ ਨਾ ਤੈਨੂੰ ਕਿਉਂ ਦੇਵਾਂ, ਘਰ ਦੇ ਵਿੱਚ ਪੈਸੇ ਦੀ ਲੋੜ ਹੈ, ਥੋੜੇ ਜਿਹੇ ਪੈਸੇ ਜਿੰਨੇ ਵੀ ਇਕੱਠੇ ਹੋਣਗੇ ਥੋੜਾ ਬਹੁਤਾ ਚੱਲੇਗਾ ਨਾ, ਗੱਡੀ ਰੁੜੇਗੀ, ਥੋੜਾ ਬਹੁਤਾ ਤਾਂ ਹੋਏਗਾ ਨਾ, ਫਿਰ ਥੋੜਾ ਜਿਹਾ ਕਿਤੋਂ ਹੋਰ ਹੱਲ ਕਰ ਲਵਾਂਗੇ, ਨਹੀਂ ਦਿੰਦੇ। ਪਰ ਭਗਤ ਕਬੀਰ ਜੀਆਂ ਦੇ ਵਿੱਚ ਸੰਤੋਖ ਹੈ, ਤੇ ਸੰਤੋਖ ਸਾਧੂ ਦਾ ਗੁਣ ਹੈ। ਸਬਰ ਅੰਦਰ ਸਾਬਰੀ ਤਨ ਏਵੇਂ ਜਾ ਲੈਨ, ਹੋਣ ਨਜੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ। ਉਹ ਰੱਬ ਦੇ ਪਿਆਰੇ ਹਿਰਦੇ ਦੇ ਵਿੱਚ ਸਬਰ ਧਾਰ ਕੇ ਰੱਖਦੇ ਆ, ਜਿਹੜੇ ਜਿਨ੍ਹਾਂ ਨੇ ਸਬਰ ਨੂੰ ਆਪਣਾ ਗਹਿਣਾ ਬਣਾ ਲਿਆ, ਉਸ ਪਰਮੇਸ਼ਰ ਦੇ ਨਾਮ ਨੂੰ ਆਪਣਾ ਗਹਿਣਾ ਬਣਾ ਲਿਆ, ਉਹਨਾਂ ਨੇ ਕਦੇ ਭੇਦ ਨਹੀਂ ਦਿੱਤਾ। ਉਹ ਰੱਬ ਦੇ ਕਰੀਬ ਹੋ ਜਾਂਦੇ ਆ ਭਗਤ ਕਬੀਰ ਜੀਆਂ ਦੇ ਬਾਅਦ। ਸਬਰ ਅੰਦਰ ਸਾਬਰੀ ਤਨ ਏਵੇਂ ਜਾ ਲੈਨ,
ਹੁਣ ਨजीक खुदाए दे भेत ना किसे दिन, सबर बड़ा आउंदा कहंदे उन्हां दे विच। फिर रब ने सारे कारज सवारे। अचिंत काम करहे प्रभ तिन के, जिन हर का नाम प्यारा। कहंदे रब उन्हां दे काम अपने आप कर दिंदा, उन्हां नूं चिंता करन दी लोड़ नहीं हुंदी। हुण भगत कबीर जी ने चिंता नहीं कीती, जाके बैठ के जंगल दे विच बंदगी करन लग गए, ते रब ने फिर सारे काम नवेड़ दित्ते। धी कमाली का विआह किया है, आपां सारिਆਂ ने सुनिया। कहते रब के प्यारिਆਂ ਦੇ ਵਿੱਚ सबर बड़ा ਹੁੰਦਾ है, ਤੇ ਜਿਹਦੇ ਵਿੱਚ सबर है वो साधु है। ਤੇ ਕਹਿੰਦੇ ਰੱਬ ਦੇ ਪਿਆਰਿਆਂ ਦੇ ਵਿੱਚ ਜਾਂ ਤਾਂ ਸਬਰ ਸਾਧ ਸੰਗਤ ਐਸਾ ਹੁੰਦਾ ਨਾ, ਜੇ ਉਹਨਾਂ ਦੇ ਕੋਲ ਕੱਖ ਹੋਵੇ ਵੀ ਨਾ ਫਿਰ ਵੀ ਉਹ ਸਬਰ ਦੇ ਵਿੱਚ ਰਹਿੰਦੇ ਆ। ਤੇ ਜੇ ਰਾੜੇ ਵਾਲੇ ਮਹਾਂਪੁਰਖਾਂ ਦੇ ਵਾਂਗੂ ਹੋਵੇ ਸਭ ਕੁਝ ਕੋਲ, ਸਾਧ ਸੰਗਤ ਮਹਿੰਗੀਆਂ ਮਹਿੰਗੀਆਂ ਕੁੰਡੀਆਂ, ਮਹਿੰਗੀਆਂ ਮਹਿੰਗੀਆਂ ਘੜੀਆਂ, ਮਹਿੰਗੀਆਂ ਮਹਿੰਗੀਆਂ ਮਹਾਂਪੁਰਖਾਂ ਦੀਆਂ ਲੋਈਆਂ, ਜੋੜੇ ਦੇਖੋ ਮਹਾਂਪੁਰਖਾਂ ਦੇ ਕਿੰਨੇ ਮਹਿੰਗੇ ਮਹਿੰਗੇ ਅਸੀਂ ਵੇਖੇ ਨਹੀਂ ਹੋਣੇ ਅੱਜ ਤੱਕ। ਰਾੜਾ ਸਾਹਿਬ ਭੋਰਾ ਸਾਹਿਬ ਦੇ ਵਿੱਚ ਪਏ ਹੈ। ਕਹਿੰਦੇ ਰੱਬ ਦੇ ਪਿਆਰੇ, ਕਹਿੰਦੇ ਜਾਂ ਤਾਂ ਰੱਬ ਦੇ ਕੋਲੋਂ ਮੰਗਦੇ ਆ ਸਾਨੂੰ ਸਬਰ ਦੇ, ਜਾਂ ਤਾਂ ਉਹ ਦੁਨੀਆ ਦਾ ਕੱਖ ਵੀ ਨਹੀਂ ਮੰਗਦੇ, ਦੁਨੀਆ ਦਾ ਕੋਈ ਪਦਾਰਥ ਨਹੀਂ ਮੰਗਦੇ, ਜਾਂ ਫਿਰ ਕਹਿੰਦੇ ਸਾਰਾ ਕੁਝ ਦੁਨੀਆ ਦਾ ਸਾਡੇ ਕੋਲ ਹੋਵੇ। ਜਦੋਂ ਦੁਨੀਆ ਦਾ ਸਾਰਾ ਕੁਝ ਸਾਡੇ ਕੋਲ ਹੋ ਗਿਆ ਫਿਰ ਮਨ ਸਬਰ ਵਿੱਚ ਆ ਜਾਂਦਾ ਆਪੇ, ਕਿਉਂਕਿ ਹੁਣ ਦੁਨੀਆ ਦੀ ਕਿਸੇ ਚੀਜ਼ ਦੀ ਲੋੜ ਹੀ ਨਹੀਂ ਰਹੀ। ਜਦੋਂ ਹਰ ਇੱਕ ਚੀਜ਼ ਤਾਂ ਸਾਡੇ ਕੋਲ ਹੈ, ਫਿਰ ਹੋਰ ਕਿਹੜੀ ਚੀਜ਼ ਦੀ ਇੱਛਾ ਹੋਵੇ। ਇੱਕ ਗ੍ਰੰਥ ਦੇ ਵਿੱਚ ਲਿਖਿਆ, ਜਾਂ ਤਾਂ ਰੱਬ ਦੇ ਪਿਆਰੇ ਕਹਿੰਦੇ ਸਭ ਕੁਝ ਸਾਡੇ ਕੋਲ ਹੋਵੇ, ਉਹ ਬੰਦਗੀ ਕਰਕੇ ਦਾਤਾਂ ਪਰਮੇਸ਼ਰ ਇੰਨੀਆਂ ਦੇ ਦਿੰਦਾ, ਸਭ ਕੁਝ ਦੁਨੀਆ ਦਾ ਉਹਨਾਂ ਦੀ ਝੋਲੀ ਵਿੱਚ ਪਾ ਦਿੰਦਾ, ਤੇ ਫਿਰ ਸਬਰ ਆ ਜਾਂਦਾ ਆਪ। ਜਦੋਂ ਸਭ ਕੁਝ ਹੀ ਕੋਲ ਹੈ, ਫਿਰ ਜਦੋਂ ਇੱਛਾ ਹੀ ਕਿਸੇ ਚੀਜ਼ ਦੀ ਨਹੀਂ ਰਹੀ ਫਿਰ ਸਬਰ ਹੀ ਹੈ ਨਾ। ਜਾਂ ਫਿਰ ਉਹਨਾਂ ਨੂੰ ਕਿਸੇ ਚੀਜ਼ ਦੀ ਇੱਛਾ ਨਹੀਂ ਹੁੰਦੀ। ਤੇ ਇੱਕ ਗ੍ਰੰਥ ਵਿੱਚ ਦੋ ਪੰਕਤੀਆਂ ਬੜੀਆਂ ਸੋਹਣੀਆਂ ਲਿਖੀਆਂ, ਕਹਿੰਦੇ ਨਿਰਮਲ ਮਤ ਮਾਨੀ ਪੁਰਸ਼ ਪੁਰਖ, ਨਿਰਮਲ ਮਤ ਮਾਨੀ ਪੁਰਖ, ਦੋਏ ਫਲ ਕੀ ਇਛ ਧਾਰ। ਕਹਿੰਦੇ ਜਿਹੜੇ ਨਿਰਮਲ ਨੇ ਨਾ, ਜਿਨ੍ਹਾਂ ਦੀ ਮਤ ਨਿਰਮਲ, ਜਿਨ੍ਹਾਂ ਦਾ ਮਨ ਨਿਰਮਲ ਹੈ, ਜਿਨ੍ਹਾਂ ਦਾ ਤਨ ਹਿਰਦਾ ਵਿਸ਼ੇ ਵਿਕਾਰਾਂ ਤੋਂ ਰਹਿਤ ਹੈ, ਕਹਿੰਦੇ ਉਹ ਦੋ ਚੀਜ਼ਾਂ ਭਾਲਦੇ ਆ ਉਸ ਰੱਬ ਦੇ ਕੋਲੋਂ। ਜੋ ਦੋ ਚੀਜ਼ਾਂ ਮੰਗਦੇ ਆ, ਬੰਦਗੀ ਦੇ ਬਦਲੇ ਫਲ ਮੰਗਦੇ ਆ। ਦੋ ਫਲ ਮੰਗਦੇ ਕਿਹੜੇ? ਕਹਿੰਦੇ ਸਰਬ ਸੰਗ ਨਿਰਬ੍ਰਿਤਤਾ। ਕਹਿੰਦੇ ਜਾਂ ਤਾਂ ਕਹਿੰਦੇ ਆ ਵਾਹ ਵਿਭੂਤ ਵਿਸਥਾਰ, ਕਹਿੰਦੇ ਜਾਂ ਤਾਂ ਰੱਬ ਦੇ ਪਿਆਰੇ ਬੰਦਗੀ ਕਰਕੇ ਉਸ ਪਰਮੇਸ਼ਰ ਦੇ ਕੋਲੋਂ ਸਬਰ ਮੰਗਦੇ ਆ, ਦੁਨੀਆ ਦੇ ਪਦਾਰਥਾਂ ਦੀ ਲਾਲਸਾ ਉਹਨਾਂ ਦੇ ਹਿਰਦਿਆਂ ਦੇ ਵਿੱਚ ਨਹੀਂ ਰਹਿੰਦੀ। ਜਾਂ ਫਿਰ ਕਹਿੰਦੇ ਆ ਵਾਹ ਮਤਲਬ ਜਾਂ ਵਿਭੂਤ, ਇਸ ਸੰਸਾਰ ਦੀ ਹਰ ਇੱਕ ਚੀਜ਼ ਵਿਸਥਾਰ, ਜਿਹੜੀ ਇਸ ਸੰਸਾਰ ਦੇ ਵਿੱਚ ਫੈਲੀ ਹੋਈ ਹੈ ਨਾ, ਇਸ ਸੰਸਾਰ ਦੇ ਵਿੱਚ ਫੈਲੇ ਹੋਏ ਸੁੱਖ ਆਰਾਮ, ਕਹਿੰਦੇ ਹੇ ਪਰਮੇਸ਼ਰ ਜਾਂ ਤਾਂ ਦੁਨੀਆ ਦੇ ਸਾਰੇ ਸੁੱਖ ਮੈਨੂੰ ਦੇ ਦੇ, ਜਾਂ ਤਾਂ ਦੁਨੀਆ ਦੀਆਂ ਸਾਰੀਆਂ ਵਸਤੂਆਂ ਮੇਰੇ ਕਦਮਾਂ ਦੇ ਵਿੱਚ ਧਰ ਦੇ ਕੇ ਮਨ ਦੇ ਵਿੱਚ ਕਿਸੇ ਚੀਜ਼ ਦੀ ਇੱਛਾ ਹੀ ਨਾ ਰਹੇ। ਜਾਂ ਫਿਰ ਮੇਰਾ ਮਨ ਇਹਨਾਂ ਐਸ਼ ਆਰਾਮ ਵਾਲੀ ਜ਼ਿੰਦਗੀ, ਦੂਜਿਆਂ ਦੀ ਥਾਲੀ ਵਿੱਚ ਪਈ ਹੋਈ ਚੋਪੜੀ ਨੂੰ ਵੇਖ ਕੇ, ਦੂਜਿਆਂ ਦੇ ਸਾਧ ਸੰਗਤ ਦੀ ਗੱਡੀਆਂ ਨੂੰ ਵੇਖ ਕੇ, ਦੂਜਿਆਂ ਦੀ ਕੋਠੀਆਂ ਨੂੰ ਵੇਖ ਕੇ ਮੇਰਾ ਮਨ ਡਿਗੇ ਨਾ ਡੋਲੇ ਪਾਰ ਮਲੋ ਪਰਮਲਿਓ ਬੈਠ ਪੂਰੀ ਆਈ, ਮੇਰਾ ਮਨ ਡੋਲੇ ਨਾ। ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ, ਕਿਰਪਾ ਕਰ ਦੁਨੀਆ ਦੇ ਐਸੋ ਇਸ਼ਰਤ ਵਾਲੇ ਸਾਧਨਾਂ ਨੂੰ ਵੇਖ ਕੇ ਮਨ ਨਾ ਡੋਲੇ। ਤੇ ਇੰਜ ਸਾਧ ਸੰਗਤ ਜਿਨ੍ਹਾਂ ਦੇ ਵਿੱਚ ਸਬਰ ਹੈ ਨਾ, ਸੰਤੋਖ ਹੈ, ਭਗਤ ਕਬੀਰ ਜੀਆਂ ਦੇ ਵਾਂਗ। ਹੁਣ ਰਾੜੇ ਸਾਹਿਬ ਵਾਲੇ ਮਹਾਂਪੁਰਖ ਸਬਰ ਬੜਾ, ਥੋੜਾ ਜਿਹਾ ਪ੍ਰਸ਼ਾਦਾ ਛਕਦੇ ਆ। ਦੁਨੀਆ ਦੇ ਲੋਕ ਪਦਾਰਥਾਂ ਦੀਆਂ 36 ਪ੍ਰਕਾਰ ਦੇ ਭੋਜਨਾਂ ਦੀਆਂ ਥਾਲੀਆਂ ਸਜਾ ਕਰਕੇ ਰੱਖ ਦਿੰਦੇ ਮਹਾਂਪੁਰਖਾਂ ਦੇ ਅੱਗੇ, ਮਹਿੰਗੀਆਂ ਮਹਿੰਗੀਆਂ ਘੜੀਆਂ ਪਾਉਂਦੇ ਆ, ਸਬਰ ਵਿੱਚ ਨੇ। ਕਹਿੰਦੇ ਰੱਬ ਦੇ ਪਿਆਰੇ ਜਾਂ ਤਾਂ ਸਭ ਕੁਝ ਚਾਹੁੰਦੇ ਆ ਜਾਂ ਕੱਖ ਵੀ ਨਹੀਂ ਚਾਹੁੰਦੇ। ਜੇ ਜਦੋਂ ਸਭ ਕੁਝ ਆ ਗਿਆ ਤਾਂ ਆਟੋਮੈਟਿਕਲੀ ਫਿਰ ਸਬਰ ਆ ਗਿਆ ਨਾ। ਕਹਿੰਦੇ ਸੰਤ ਸ਼ਬਦ ਦੇ ਵਿੱਚ ਇੱਕ ਸੱਸੇ ਤੋਂ ਭਾਵ ਆ ਗਿਆ ਸਹਿਣਸ਼ੀਲਤਾ, ਇੱਕ ਸਿਮਰਨ, ਇੱਕ ਸੇਵਾ, ਇੱਕ ਸਬਰ, ਸੰਤੋਖ, ਇੱਕ ਸਾਧਨਾ। ਤੇ ਰੱਬ ਦੇ ਪਿਆਰੇ ਜਿਨ੍ਹਾਂ ਦੇ ਵਿੱਚ ਇਹ ਗੁਣ ਨੇ ਨਾ, ਜਿਨ੍ਹਾਂ ਦੇ ਕੋਲ ਸਾਧਨ ਨੇ ਬੰਦਗੀ ਕਰਨ ਦੇ, ਗ੍ਰੰਥਾਂ ਦੇ ਵਿੱਚ ਕਈ ਪ੍ਰਕਾਰ ਦੇ ਸਾਧਨ ਦੱਸੇ ਗਏ ਉਸ ਪਰਮੇਸ਼ਰ ਦੀ ਬੰਦਗੀ ਕਰਨ ਦੇ। ਸਮ ਦਮ ਸ਼ਰਧਾ, ਤੀਸਰੀ ਸਮਾਦਾਨ ਉਪਰਾਮ, ਛਟੀ ਤਤੀਕਸ਼ਾ ਜਾਣੀਐ ਭਿੰਨ ਭਿੰਨ ਇਹ ਨਾਮ। ਕਹਿੰਦੇ ਜਿਨ੍ਹਾਂ ਨੇ ਸਮ ਦਮ ਸ਼ਰਧਾ
ਤਤੀਕਸ਼ਾ ਉਪਰਾਮ ਨੂੰ ਸਾਧ ਸੰਗਤ ਦੀ ਸਾਧਨ ਬਣਾ ਕਰਕੇ ਇਹਨਾਂ ਸਾਧਨਾਂ ਦੀ ਵਰਤੋਂ ਕਰਕੇ ਉਸ ਪਰਮੇਸ਼ਰ ਦੀ ਬੰਦਗੀ ਕੀਤੀ ਨਾ, ਉਹ ਸਾਧੂ ਹੈ। ਸਮ ਆਪਣੇ ਹਿਰਦੇ ਨੂੰ ਸਮਾਨ ਅਵਸਥਾ ਦੇ ਵਿੱਚ ਰੱਖਣਾ, ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ। ਹੁਣ ਭਾਈ ਭਿਖਾਰੀ ਜੀਆਂ ਦੀ ਸਾਖੀ ਸੁਣੀ ਹੈ ਨਾ, ਭਾਈ ਭਿਖਾਰੀ ਜੀਆਂ ਦੀ ਸਾਖੀ ਸਾਧ ਸੰਗਤ ਸਾਰਿਆਂ ਨੇ ਸੁਣੀ ਹੈ। ਪੁੱਤਰ ਦਾ ਵਿਆਹ ਰੱਖਿਆ ਘਰ ਦੇ ਵਿੱਚ, ਇੱਕ ਪਾਸੇ ਬੈਠੇ ਕੀ ਕਰਦੇ ਆ, ਪੱਲੀਆਂ ਸਿਉਂ ਰਹੇ ਆ, ਕਫਨ ਸਿਉਂ ਰਹੇ ਆ, ਅਰਥੀ ਦਾ ਸਮਾਨ ਤਿਆਰ ਕਰ ਰਹੇ ਆ। ਅਰਥੀ ਜਦੋਂ ਲਿਜਾਣੀ ਹੋਵੇ ਨਾ, ਤਿਆਰੀ ਕਰਦੇ ਆ, ਤਿਆਰ ਕਰ ਰਹੇ ਆ। ਤੇ ਭਾਣੇ ਵਿੱਚ ਕਿੰਝ ਰਹਿਣਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੁੱਛਿਆ ਇੱਕ ਸਿੱਖ ਨੇ ਜਾ ਕਰਕੇ, ਤੇ ਪਾਤਸ਼ਾਹ ਕਹਿੰਦੇ ਜੇ ਭਾਣੇ ਵਿੱਚ ਕਿਵੇਂ ਰਹਿਣਾ ਨਾ, ਇਹ ਵੇਖਣਾ ਚਾਹੁੰਦਾ, ਜਾ ਭਾਈ ਭਿਖਾਰੀ ਕੋਲ ਜਾ। ਤੇ ਉਹ ਭਾਈ ਭਿਖਾਰੀ ਕੋਲ ਪਹੁੰਚ ਗਿਆ। ਕੀ ਵੇਖਦਾ ਕਿ ਘਰ ਦੇ ਵਿੱਚ ਪੁੱਤਰ ਦੀ ਸ਼ਾਦੀ ਹੈ, ਵਿਆਹ ਹੈ, ਵਿਆਹ ਵਾਲਾ ਮਾਹੌਲ ਹੈ, ਬੀਬੀਆਂ ਗੀਤ ਗਾ ਰਹੀਆਂ ਨੇ, ਘੋੜੀਆਂ ਗਾ ਰਹੀਆਂ ਨੇ, ਰਿਸ਼ਤੇਦਾਰ ਆ ਰਹੇ ਨੇ, ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣ ਰਹੇ ਆ, ਬੜੀਆਂ ਤਿਆਰੀਆਂ ਹੋ ਰਹੀਆਂ ਨੇ। ਤੇ ਭਾਈ ਭਿਖਾਰੀ ਜੀ ਇੱਕ ਪਾਸੇ ਬੈਠ ਕੇ ਪੱਲੀਆਂ ਸਿਉਂ ਰਹੇ ਆ, ਤੱਪੜ ਅਰਥੀ ਦਾ ਸਮਾਨ ਤਿਆਰ ਕਰ ਰਹੇ ਆ, ਫਤਿਹ ਬੁਲਾ ਕੇ ਬੈਠ ਗਿਆ। ਤੇ ਪੁੱਛਿਆ ਕਿ ਤੁਹਾਡੇ ਘਰ ਦੇ ਵਿੱਚ ਤਾਂ ਵਿਆਹ ਵਾਲਾ ਮਾਹੌਲ ਹੈ, ਪਰ ਇਹ ਕਫਨ ਕਿਹਦੇ ਵਾਸਤੇ ਸਿਉਂ ਰਹੇ? ਉਹ ਕਹਿੰਦੇ ਕੋਈ ਨਹੀਂ, ਸਮਾਂ ਆਉਣ ਤੇ ਪਤਾ ਲੱਗ ਜਾਏਗਾ। ਵਿਆਹ ਵਾਲਾ ਦਿਨ ਆਇਆ, ਪੁੱਤਰ ਨੂੰ ਵਿਆਹ ਕਰਕੇ ਲੈ ਆਏ, ਘਰ ਦੇ ਵਿੱਚ ਨੂੰਹ ਆ ਗਈ, ਤੇ ਵਿਆਹ ਨੂੰ ਸਾਧ ਸੰਗਤ 2 ਦਿਨ ਲੰਘੇ ਨੇ ਤੇ ਪੁੱਤਰ ਚੜ੍ਹਾਈ ਕਰ ਗਿਆ ਭਾਈ ਭਿਖਾਰੀ ਜੀ ਦਾ। ਤੇ ਜਦੋਂ ਚੜ੍ਹਾਈ ਕਰ ਗਿਆ, ਉਹ ਗੁਰਸਿੱਖ ਜਿਹੜਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਭਿਖਾਰੀ ਕੋਲ ਭੇਜਿਆ, ਤੇ ਪੁੱਛਣ ਲੱਗਿਆ, ਕਹਿੰਦੇ ਮੇਰੇ ਮਨ ਦੇ ਵਿੱਚ ਜਿਹੜਾ ਸ਼ੰਕਾ ਸੀ ਨਾ, ਉਹ ਤਾਂ ਨਿਵਰਤ ਹੋ ਗਿਆ। ਪਰ ਜੇ ਤੁਹਾਨੂੰ ਪਹਿਲਾਂ ਹੀ ਪਤਾ ਸੀ ਕਿ ਪੁੱਤਰ ਨੇ ਚੜ੍ਹਾਈ ਕਰ ਜਾਣਾ, ਤਾਂ ਫਿਰ ਉਹਨੂੰ ਵਿਆਹਣ ਦੀ ਕੀ ਲੋੜ ਸੀ? ਤੇ ਭਾਈ ਭਿਖਾਰੀ ਆਖਣ ਲੱਗੇ, ਕਹਿੰਦੇ ਰੱਬ ਦੀ ਕਰਨੀ ਦੇ ਵਿੱਚ ਨਾ ਕਦੇ ਸ਼ਰੀਕ ਬਣ ਕੇ ਨਹੀਂ ਟੱਕਰੀਦਾ। ਬੇਸ਼ੱਕ ਪਤਾ ਹੈ, ਬੰਦਗੀ ਕਰਨ ਵਾਲਿਆਂ ਨੂੰ ਪਤਾ ਲੱਗ ਜਾਂਦਾ ਹੈ, ਆਉਣ ਵਾਲੇ ਸਮੇਂ ਦਾ ਪਤਾ ਲੱਗ ਜਾਂਦਾ ਹੈ। ਕਿਉਂ? ਉਹਨਾਂ ਨੇ ਸਾਧਨਾ ਦੇ ਨਾਲ ਸਮ ਮਤਲਬ ਆਪਣੇ ਹਿਰਦੇ ਨੂੰ ਸਮਾਨ ਅਵਸਥਾ ਦੇ ਵਿੱਚ ਰੱਖਿਆ। ਨਾ ਪੁੱਤਰ ਦੇ ਵਿਆਹ ਦੀ ਖੁਸ਼ੀ, ਕਿ ਪੁੱਤਰ ਦੇ ਵਿਆਹ ਦੀ ਖੁਸ਼ੀ ਹੋਵੇ ਤੇ ਬੰਦਾ ਕਫਨ ਤਿਆਰ ਕਰੇ, ਤੇ ਨਾ ਪੁੱਤਰ ਗਏ ਦਾ ਗਮ। ਇਹਨੂੰ ਕਹਿ ਦਿੰਦੇ ਆ ਸਮ। ਇਹ ਸਾਧਨ ਜਿਹੜਾ ਵਰਤਦੇ ਆ, ਆਪਣੇ ਹਿਰਦੇ ਨੂੰ ਸਮਾਨ ਅਵਸਥਾ ਦੇ ਵਿੱਚ ਰੱਖਣਾ, ਨਾ ਖੁਸ਼ੀ ਦੇ ਵਿੱਚ ਨੱਚਣਾ, ਨਾ ਗਮੀ ਦੇ ਵਿੱਚ ਉਸ ਪਰਮੇਸ਼ਰ ਨੂੰ ਭੁੱਲਣਾ। ਖੁਸ਼ੀ ਵਿੱਚ ਵੀ ਉਹ ਪਰਮੇਸ਼ਰ ਚੇਤੇ ਹੈ, ਤੇ ਗਮੀ ਵਿੱਚ ਦਮ। ਆਪਣੇ ਕਰਮ ਇੰਦਰੀਆਂ ਨੂੰ, ਆਪਣੇ ਗਿਆਨ ਇੰਦਰੀਆਂ ਨੂੰ ਸਾਧ ਸੰਗਤ ਆਪਣੇ ਮਨ ਦੀਆਂ ਵਾਸ਼ਨਾਵਾਂ ਨੂੰ ਦਮਨ ਕਰਕੇ ਰੱਖਣਾ, ਮਨ ਨੂੰ ਕੰਟਰੋਲ ਵਿੱਚ ਰੱਖਣਾ। ਇੱਦਾਂ ਹੀ ਸ਼ਰਧਾ, ਸਮਾਧਾਨ, ਉਪਰਾਮ, ਤਤੀਕਸ਼ਾ ਇਤਿਆਦਿਕ ਜਿਹੜੇ ਸਾਧਨ ਨੇ ਨਾ, ਜਿਹੜੇ ਇਹਨਾਂ ਦੀ ਵਰਤੋਂ ਕਰਕੇ ਉਸ ਪਰਮੇਸ਼ਰ ਦੀ ਬੰਦਗੀ ਕਰਦੇ ਆ, ਉਹ ਸਾਧੂ ਹੈ, ਉਹਨਾਂ ਦਾ ਨਾਮ ਸਾਧੂ ਹੈ। ਤੇ ਸਾਧ ਸੰਗਤ ਜੀ ਫਿਰ ਜਿਹੜੇ ਸੱਸੇ ਦੇ ਉੱਪਰ ਅੱਧੀ ਇੱਕ ਟਿੱਪੀ ਲੱਗੀ ਹੈ ਨਾ, ਜਿਹੜੀ ਅੱਧੇ ਨੰਨੇ ਦੀ ਆਵਾਜ਼ ਕੱਢਦੀ ਹੈ, ਉਹਦਾ ਮਤਲਬ ਕੀ ਹੈ? ਉਹਦਾ ਮਤਲਬ ਹੈ ਨੰਨਾ। ਨੰਨੇ ਦਾ ਮਤਲਬ ਹੈ ਨਿਮਰਤਾ। ਸਾਧੂ ਦੇ ਵਿੱਚ ਬੜੀ ਨਿਮਰਤਾ ਹੈ। ਹੁਣ ਭਗਤ ਕਬੀਰ ਜੀਆਂ ਦੀ ਸਾਖੀ ਸੁਣ ਰਹੇ ਸਨ। ਭਗਤ ਕਬੀਰ ਜੀ ਕਹਿੰਦੇ ਇੱਕ ਦਿਨ ਲੰਘਿਆ ਜਾਂਦਾ ਸਾਂ, ਕੀ ਵੇਖਦਾ, ਕਹਿੰਦੇ ਇੱਕ ਰਾਹ ਦੇ ਵਿੱਚ ਰੋੜਾ ਪਿਆ। ਇਹ ਰੋੜਾ ਪਿਆ, ਹਰ ਕੋਈ ਆਉਂਦਾ ਹੈ, ਠੋਕਰ ਮਾਰ ਕੇ ਗਾਂਹ ਲੰਘ ਜਾਂਦਾ ਹੈ। ਹਰ ਕੋਈ ਪੈਰ ਦੀ ਜੁੱਤੀ ਨਾਲ ਠੋਕਰ ਮਾਰ ਕੇ ਅੱਗੇ ਤੁਰਦਾ ਬਣਦਾ। ਸੱਜੇ ਪਾਸੇ ਜਾਣ ਵਾਲੇ ਨੇ ਕੀ ਕੀਤਾ, ਪੈਰ ਵਿੱਚ ਠੋਕਰ ਲੱਗੀ, ਦੁਬਾਰਾ ਪੈਰ ਦੇ ਨਾਲ ਠੋਕਰ ਮਾਰ ਕੇ ਨਾ ਖੱਬੇ ਪਾਸੇ ਕਰ ਦਿੱਤਾ, ਤੇ ਜਿਹੜਾ ਖੱਬੇ ਪਾਸੇ ਆਉਂਦਾ ਉਹਨੇ ਠੋਕਰ ਮਾਰ ਕੇ ਸੱਜੇ ਪਾਸੇ ਕਰ ਦਿੱਤਾ। ਤੇ ਭਗਤ ਕਬੀਰ ਜੀਆਂ ਦੇ ਮਨ ਦੇ ਵਿੱਚ ਵਿਚਾਰ ਆਇਆ, ਕਹਿੰਦੇ ਵਾਹ, ਜੇ ਨਿਮਰਤਾ ਹੋਵੇ ਤਾਂ ਰੋੜੇ ਵਰਗੀ ਹੋਵੇ। ਉਧਰੋਂ ਦੁਨੀਆ ਠੋਕਰਾਂ ਮਾਰਦੀ ਹੈ, ਇਧਰੋਂ ਦੁਨੀਆ ਠੋਕਰਾਂ ਮਾਰਦੀ ਹੈ, ਪਰ ਰਾਹ ਨਹੀਂ ਛੱਡਿਆ ਉਹਨੇ। ਭਾਵੇਂ ਗੁਰੂ ਘਰਾਂ ਦੇ ਵਿੱਚ ਠੋਕਰਾਂ ਵਜਣ ਤੈਨੂੰ, ਭਾਵੇਂ ਇੱਥੇ ਤੇਰੀ ਨਿੰਦਿਆ ਹੋਵੇ ਰੱਜ ਕੇ, ਭਾਵੇਂ ਇੱਥੇ ਤੇਰੀ ਬੇਇੱਜ਼ਤੀ ਹੋਵੇ ਰੱਜ ਕੇ, ਪਰ ਆਪਣੇ ਗੁਰੂ ਦਾ ਦੁਆਰਾ ਕਦੇ ਨਾ ਛੱਡੀ। ਤੇ ਕੁੱਤਾ ਉਹੀ ਵਫਾਦਾਰ ਹੈ ਜਿਹੜਾ ਆਪਣੇ ਮਾਲਕ ਦੇ ਦਰ ਤੇ ਬੈਠਾ ਰਹਿੰਦਾ, ਭਾਵੇਂ ਮਾਲਕ ਦੁਰਕਾਰਦਾ ਹੈ, ਭਾਵੇਂ ਮਾਲਕ ਮਾਰਦਾ, ਰੋਟੀ ਨਹੀਂ ਪਾਉਂਦਾ, ਪਰ ਆਪਣੇ ਮਾਲਕ ਦਾ ਜਿਹੜਾ ਦਰ ਨਹੀਂ ਨਾ ਛੱਡਦਾ, ਉਹ ਪ੍ਰਵਾਨ ਚੜ ਜਾਂਦਾ। ਜੋ ਕੂਕਰ ਦਰ ਦਰ ਫਿਰੈ, ਦੁਰ ਦੁਰ ਕਹੈ ਸਭ ਕੋਏ, ਜੋ ਇੱਕ ਦਰ ਕਾ ਹੋਏ ਰਹੈ ਤਾਂ ਦੁਰ ਦੁਰ ਕਹੈ ਨਾ ਕੋਏ। ਕਹਿੰਦੇ ਜੇ ਆਪਣੇ ਮਾਲਕ ਦੇ
क्रोध तो डर के, अपने मालक की जुत्ती तो डर के, डंडे तो डर के, अपने मालक के कुरख्त विवहार तो डर के अपने मालक का दर छड्ड के तुर जाए ना, पर दुनिया के जिहड़े दर दे उत्ते जांदा ना, माड़ा जिहा दरवाजे दे विच मूँह ही पाउंदा ते जुत्ती मारदे आ लोग, दुरकार दिंदे आ। ते एक गल चेते रखी, भगत कबीर जी कहते जी निमरता होनी चाहिए है ना, तो कहते रोड़े वर्गी होनी चाहिए। बेशक तेनों धक्के वजदे आ इधरों उधर उधरों इधर, तेरी ईरखा तेरी चुगलियां तेरी निंदिया आउंदी है, पर अपना जिहड़ा निशाना है ना वो सिद्धा रखी। धन गुरु ग्रंथ साहिब महाराज जी के चरणों के विच अपना हिरदा सिद्धा रखी। बेशक दुनिया के लोग तेरियां चुगलियां करन, तेरी निंदिया करन, तेनों रज के भंडण, पर वो मालक का दर ना छड्डी। निंदो निंदो मोको लोग निंदो, निंदा जान को खरी प्यारी। कहने निंदा तो प्यारी लगती है, क्यों? जिहड़ा निंदा करने वाला ना वो साडे कपड़े धोंदा है, वो साडे तन की साडे मन की मैल धोंदा। जिन्नी तुहाडी निंदिया होएगी ना, तुहाडे मन की मैल साफ होएगी। निंदा हमरा कहते निंदा बाप निंदा महतारी। कहते जिंदा माँ बाप अपने पुत्र नूं पालदे आ ना, अपने पुत्र बारे सोचते हैं कि इनू साफ सुथरा रखीए, इनू पढ़ाइए, तो जीवन का चरित्र उच्चा सुच्चा होवे। कहते उदा ही निंदक जे तुहाडी निंदा करते हैं तो समझ लो वो ये सोचते हैं कि तुहाडा मन सुच्चा हो जाए। तो जो तेरा मन सुच्चा हो गया फिर परमेश्वर ने अपने आप वस जाना। हुण गंदगी विच बैठण दा तां साडा मन नहीं करता, तो तेरे मन दे विच साडे मन दे विच भरे पए आ विषय विकार, फिर वो रब किद्दां बैठ जाएगा साडे मन दे विच। ते साधुओं ने साम दम शरदा समाधान उपराम ततीक्षा इत्यादि साधना नूं वरत के ना अपना मन निर्मल कर लिया, तो फिर उन्होंने हिरदे दे विच वो परमेश्वर वस गया। तो इदा साध संगत जी भगत कबीर जी ने देखिया, कहते निमरता होवे ना तो रोड़े वर्गी होवे, इधरों ठोकरां वजदियां उधरों ठोकरां वजदियां, पर अपना राह नहीं छड्डिया। भगत कबीर जी फरमान करदे, कबीरा कबीर रोड़ा होए रहो बाटका, तज मन का अभिमान, ऐसा कोई दास होए ताहे मिले भगवान। कहते निमरता रोड़े वर्गी होवे, जे तेरे मन दे विच निमरता आ गई ना रोड़े वर्गी, फिर तेनों परमेश्वर मिल जाएगा। तो फिर जो ये मन दे विच सोचिया ना, ये विचार आया भगत कबीर जी तो फिर की होया, एक होर राहगीर आया, राह ते चलण वाला आया, रोड़े दे विच अड़किया ते गिर गया, मथा भन्निया गया, बाहां छिलियां गई, गोडे छिले गए, तो मन उपराम हो गया। फिर कहते नहीं, रोड़े वर्गी निमरता नहीं होनी चाहिए। रोड़े दे विच रोड़े वर्गा नहीं बनना चाहिए साधु, रोड़े वर्गे ना बने। क्यों? किसी दे राह दा अड़िक्का बनिया, राह जांदे नूं दुख दिता है। भगत कबीर जी फिर फरमान करदे आगा अपने अगले सलोक दे विच, कबीर रोड़ा हुआ ता क्या भया, पंथी कौ दुख दे, ऐसा तेरा दास है जो धरनी मह खे। कहते जिद्दां राह दे विच मिट्टी पई है ना, वो रोड़े वांगू किसी नूं दुख नहीं दिंदी। रोड़े दे विच अड़क के तां लोग डिगदे सुनिया, मिट्टी विच अड़क के कोई डिगदा सुनिया नहीं। पहला कहते रोड़े वर्गा हो जाए, फिर जो रोड़े ने दुख दिता ना राहगीर नूं, सट्टां लगियां, मूँह छिलिया गया, गोडे छिले गए, कहते नहीं रोड़े वर्गा नहीं होना चाहिए। मन साधु रोड़े वर्गा नहीं होना चाहिए, साधु होना चाहिए मिट्टी वर्गा, खे वर्गा। जिदा साध संगत जी मिट्टी विच अड़क के कोई नहीं डिगदा सुनिया। तो फिर जो इंज विचार आया मन दे विच, फिर की होया, कहते इको दम हनेरी आई, हवा चली। जो हवा चली, हवा दे नाल फिर मिट्टी उड्डी, तो जो मिट्टी उड्डी फिर मन दे विच की वेखदे आ, कहते उड़ के ना राहगीरां दियां अखां दे विच पई, अखां दे विच जदों पई ना, वो रोड़े विच अड़क के डिग गए, रोड़ियां दे विच अड़क के डिगे। राह साध संगत जी राह तो उतर के खाइयां विच डिग पे, जो अखां दे विच मिट्टी पै गई, दिखिया ही कख ना, सड़कों उतरे, तो जिहड़े सड़क के आसे पासे टोए टिब्बे सन जाके विच डिग गए। तो फिर भगत कबीर जी ने अपनी पावन बाणी दे विच ये भी साध संगत वर्णन किया, कहते नहीं जे साधु होना चाहिए ना तो मिट्टी वर्गा भी ना होवे। कबीर खेह हुई ता क्या भया,
जो उड लागै अंग, हर जन ऐसा चाहिए ज्यों भानी सरबंग। कहते खे वर्गा ना होवे, खे वर्गा गुण ना होवे किसी दे कोल। साधु मिट्टी वर्गा नहीं होना चाहिए। मिट्टी का की सुभाਅ अखां विच पै गई दुख दिंदी है। हुण राह दे विच मिट्टी पई है, राहगीरां दे अखां विच पई, दिसणों हटिया, राह तो भटक के खताना विच जा डिगे, टोए टिब्बियां दे विच जा डिगे, नुकसान होया। तो फिर सार संगत जी की वेखदे है, ਜਦੋਂ ਮਾੜੀਆਂ ਮਾੜੀਆਂ ਅੱਖਾਂ ਖੋਲੀਆਂ ਨਾ, ਅੱਖਾਂ ਖੋਲ ਕੇ ਫਿਰ ਪਾਣੀ ਦੇ ਨਾਲ ਆਪਣੀਆਂ ਅੱਖਾਂ ਸਾਫ਼ ਕੀਤੀਆਂ ਤੇ ਫਿਰ ਤੁਰਦੇ ਬਣ ਗਏ। ਭਗਤ ਕਬੀਰ ਜੀ ਇੱਕ ਖੜੇ ਪਾਸੇ ਖੜੇ ਵੇਖੀ ਜਾਂਦੇ ਆ ਸਭ ਕੁਝ, ਤੇ ਕਹਿੰਦੇ ਮਿੱਟੀ ਵਰਗਾ ਨਹੀਂ ਹੋਣਾ ਚਾਹੀਦਾ, ਰੱਬ ਦਾ ਪਿਆਰਾ ਸਾਧੂ ਬੰਦਗੀ ਕਰਨ ਵਾਲਾ, ਕਹਿੰਦੇ ਹੋਣਾ ਚਾਹੀਦਾ ਪਾਣੀ ਵਰਗਾ, ਪਾਣੀ ਵਰਗਾ ਹੋਣਾ ਚਾਹੀਦਾ। ਦੇਖੋ ਹਵਾ ਆਈ, ਧੂੜ ਉੱਡੀ, ਅੱਖਾਂ ਵਿੱਚ ਪਈ, ਧੂੜ ਨੇ ਦੁੱਖ ਦਿੱਤਾ, ਸੱਟਾਂ ਵੱਜੀਆਂ, ਟੋਏ ਟਿੱਬਿਆਂ ਦੇ ਵਿੱਚ ਗਿਰ ਗਏ, ਤੇ ਫਿਰ ਪਾਣੀ ਨਾਲ ਅੱਖਾਂ ਸਾਫ਼ ਕੀਤੀਆਂ ਤੇ ਆਪਣਾ ਤੁਰ ਗਏ। ਕਹਿੰਦੇ ਪਾਣੀ ਵਰਗਾ ਹੋਣਾ ਚਾਹੀਦਾ, ਜਿਹੜਾ ਦੂਜਿਆਂ ਦੀ ਮੈਲ ਸਾਫ਼ ਕਰੇ, ਦੂਜਿਆਂ ਦੇ ਮਨ ਵਿਸ਼ੇ ਵਿਕਾਰਾਂ ਦੇ ਨਾਲ ਸਾਧ ਸੰਗਤ ਜੀ ਭਰੇ ਪਏ, ਉਹਨਾਂ ਨੂੰ ਸਾਫ਼ ਕਰ ਦੇਵੇ। ਆਪਣੇ ਤਾਂ ਮਨ ਸਾਫ਼ ਹੀ ਨੇ ਸਾਧੂ ਦੇ, ਪਰ ਜਿਹੜੇ ਭਾਈ ਲੱਖੋ ਵਰਗਿਆਂ ਦੇ ਮਨ ਸਾਫ਼ ਕਰ ਦਿੱਤੇ ਨਾ, ਵਿਸ਼ੇ ਵਿਕਾਰਾਂ ਨਾਲ ਭਰੇ ਹੋਏ ਮਨੁੱਖਾਂ ਦੇ ਮਨ ਸਾਫ਼ ਕਰ ਦਿੱਤੇ, ਜਿਨ੍ਹਾਂ ਨੇ ਬੰਦਗੀ ਕੀਤੀ। ਕਹਿੰਦੇ ਰੱਬ ਦੇ ਪਿਆਰੇ ਪਾਣੀ ਵਰਗੇ ਹੋਣੇ ਚਾਹੀਦੇ ਆ। ਤੇ ਫਿਰ ਭਗਤ ਕਬੀਰ ਜੀ ਕੀ ਵੇਖਦੇ ਆ ਕਿ ਪਾਣੀ ਦਾ ਕੀ ਸੁਭਾਅ ਹੈ। ਹੁਣ ਆਪਣੇ ਘਰਾਂ ਦੇ ਉੱਤੇ ਨਾ ਛੱਤਾਂ 'ਤੇ ਟੈਂਕੀਆਂ ਰੱਖੀਆਂ ਹੋਈਆਂ। ਅਬ ਥੋੜ੍ਹਾ ਸਮਾਂ ਪਹਿਲਾਂ ਨਾ ਸਰਦੀਆਂ, ਸਿਆਲ ਲੰਘ ਕੇ ਗਿਆ, ਉਦੋਂ ਕੀ ਆ, ਉੱਠਣ ਤੋਂ ਪਹਿਲਾਂ ਨਾ ਗੀਜ਼ਰ ਦੀ ਸੁੱਚ ਛੱਡੀ ਦੀ ਹੈ ਕਿ ਪਾਣੀ ਗਰਮ ਹੋ ਜਾਏ। ਕਿਉਂ? ਕਿਉਂਕਿ ਸਿਆਲ ਹੈ, ਸਰਦੀ ਦਾ ਮੌਸਮ ਹੈ, ਟੈਂਕੀਆਂ ਦੇ ਵਿੱਚ ਪਾਣੀ ਹੈ ਬੜਾ ਠੰਡਾ, ਤੇ ਨਹਾਇਆ ਸਾਤੋਂ ਠੰਡੇ ਪਾਣੀ ਨਾਲ ਜਾਂਦਾ ਨਹੀਂ, ਇਸੇ ਕਰਕੇ ਗੀਜ਼ਰ ਲਾਏ ਹੈ। ਤੇ ਹੁਣ ਆ ਗਈ ਗਰਮੀ, ਤੇ ਪਹਿਲਾਂ ਜਿਹੜੇ ਪਾਣੀ ਨੂੰ ਸਰਦੀਆਂ ਦੇ ਵਿੱਚ ਗੀਜ਼ਰਾਂ ਦੇ ਨਾਲ ਗਰਮ ਕਰਨਾ ਪੈਂਦਾ ਸੀ ਨਾ, ਅੱਜ ਕੱਲ੍ਹ ਉਹ ਬਿਨਾਂ ਗੀਜ਼ਰਾਂ ਤੋਂ ਹੀ ਗਰਮ ਨਿਕਲਦਾ ਟੈਂਕੀਆਂ 'ਚੋਂ। ਕਹਿੰਦੇ ਪਾਣੀ ਦਾ ਕੀ ਸੁਭਾਅ, ਜੇ ਤਾਂ ਉਹਨੂੰ ਅੱਗ 'ਤੇ ਰੱਖ ਦਿਓ ਤਾਂ ਉਹ ਗਰਮ ਹੋ ਜਾਂਦਾ, ਤੇ ਜੇ ਅੱਗ ਤੋਂ ਥੱਲੇ ਲਾ ਦਈਏ ਨਾ ਉਹ ਠੰਡਾ ਹੋ ਜਾਂਦਾ। ਮਤਲਬ ਉਹਨਾਂ ਦਾ ਇਹ ਹੈ ਕਿ ਜਿਹੜਾ ਪਾਣੀ ਹੈ ਨਾ, ਉਹ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦਾ। ਕਹਿੰਦੇ ਰੱਬ ਦਾ ਪਿਆਰਾ ਇਹ ਨਹੀਂ ਕਿ ਜੇ ਚਾਰ ਛਿੱਲੜੇ ਇੱਧਰੋਂ ਵੱਧ ਮਿਲਦੇ ਆ ਉੱਧਰ ਨੂੰ ਤੁਰ ਜਾਏ, ਨਹੀਂ, ਰੱਬ ਦਾ ਪਿਆਰਾ ਇੰਝ ਨਹੀਂ ਹੋਣਾ ਚਾਹੀਦਾ। ਪਹਿਲਾਂ ਕਹਿੰਦੇ ਪਾਣੀ ਵਰਗਾ ਹੋਣਾ ਚਾਹੀਦਾ, ਜਿਹੜਾ ਦੂਜਿਆਂ ਦੀ ਮੈਲ ਸਾਫ਼ ਕਰਦੇ। ਪਰ ਪਾਣੀ ਦੇ ਗੁਣ ਅਗੁਣ ਵੇਖੇ, ਗੁਣ ਵੇਖੇ ਪਾਣੀ ਦੇ ਕੀ ਇਹਦੇ ਵਿੱਚ ਗੁਣ ਹੈ ਕਿ ਜੇ ਅੱਗ 'ਤੇ ਧਰ ਦਿੱਤਾ ਤਾਂ ਗਰਮ ਹੈ, ਜੇ ਫਰਿੱਜ ਵਿੱਚ ਲਾ ਦਿੱਤਾ ਤਾਂ ਠੰਡਾ ਹੋ ਜਾਂਦਾ, ਜੰਮ ਜਾਂਦਾ। ਆਪਣੇ ਸੁਭਾਅ ਨੂੰ ਦੂਸਰਿਆਂ ਦੇ ਮੁਤਾਬਕ ਢਾਲ ਲੈਂਦਾ ਹੈ। ਤੇ ਰੱਬ ਦੇ ਪਿਆਰੇ ਇੰਝ ਨਹੀਂ ਹੋਣੇ ਚਾਹੀਦੇ ਕਿ ਜੇ ਸਾਹਮਣੇ ਕੋਈ ਤਾਕਤਵਰ ਆ ਗਿਆ ਨਾ, ਬਾਬਰ ਵਰਗਾ, ਤਾਂ ਬਾਬਰ ਵਰਗੇ ਤੋਂ ਡਰ ਜਾਣਾ, ਨਹੀਂ। ਤੇ ਜੇ ਕੋਈ ਭਾਈ ਲਾਲੋ ਵਰਗਾ ਆ ਗਿਆ, ਉਹਨੂੰ ਝਟਕਾ ਦੇਣ, ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਉਸ ਸਮੇਂ ਦੇ ਬਾਦਸ਼ਾਹ ਬਾਬਰ ਨੂੰ ਜਾਬਰ ਆਖਿਆ, ਤੇ ਭਾਈ ਲਾਲੋ ਦੇ ਘਰ ਜਾ ਕੇ ਫਿਰ ਪ੍ਰਸ਼ਾਦੇ ਛਕੇ, ਕੋਧਰੇ ਦਾ ਪ੍ਰਸ਼ਾਦਾ ਛਕੇ। ਤਕੜੇ ਤੋਂ ਡਰੇ ਨਹੀਂ। ਜਿਹੜੇ ਦੁਨੀਆ ਦੇ ਉੱਤੇ ਅੱਗ ਵਰਤਾਉਂਦੇ ਸਨ, ਅੱਗ ਵਰਸਾਉਂਦੇ ਸਨ, ਅਸ਼ਾਂਤੀ ਵਰਸਾਉਂਦੇ ਸਨ, ਉਹਨਾਂ ਤੋਂ ਡਰੇ ਨਹੀਂ ਧੰਨ ਗੁਰੂ ਨਾਨਕ ਦੇਵ ਮਹਾਰਾਜ। ਤੇ ਜਿਹੜੇ ਭਾਈ ਲਾਲੋ ਵਾਂਗੂ ਸ਼ਾਂਤ ਸੁਭਾਅ ਦੇ ਸਨ, ਉਹਨਾਂ ਦੇ ਉੱਪਰ ਜ਼ੁਲਮ ਨਹੀਂ ਢਾਇਆ ਗੁਰੂ ਨਾਨਕ ਦੇਵ ਮਹਾਰਾਜ ਨੇ। ਭਾਵ ਉਹ ਇੱਕ ਅਵਸਥਾ ਦੇ ਵਿੱਚ ਰਹੇ ਹੈ। ਚਾਰ ਛਿੱਲੜ ਜਿੱਧਰ ਨੂੰ ਵੱਧ ਵੇਖੇ ਨਾ, ਆਪਣੇ ਮਤਲਬ ਦੇ ਵਾਸਤੇ ਅਸੀਂ ਕੀ ਕਰਦੇ ਹਾਂ, ਸੰਤ ਨੂੰ ਸਾਖਤ ਕਹਿ ਦਿੰਦੇ ਹਾਂ, ਤੇ ਆਪਣੇ ਮਤਲਬ ਦੇ ਵਾਸਤੇ ਸਾਖਤ ਨੂੰ ਸੰਤ ਕਹਿ ਦਿੰਦੇ ਆ। ਉਹ ਕਹਿ ਦਿੰਦੇ ਆ ਨਾ, ਮਤਲਬ ਦੇ ਵਾਸਤੇ ਗਧੇ ਨੂੰ ਪਿਓ ਬਣਾਉਣਾ ਪੈਂਦਾ, ਬਣਾ ਲੈਂਦੇ ਆ ਜਿਹੜੇ ਮਤਲਬੀ ਹੈ। ਪਰ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਆ, ਉਹ ਆਪਣਾ ਸੁਭਾਅ ਕਦੇ ਨਹੀਂ ਛੱਡਦੇ। ਕਬੀਰ ਸੰਤ ਨਾ ਛੋੜੈ ਸੰਤਈ ਜਾਂ ਕੋਟਕ ਮਿਲੈ ਅਸੰਤ। ਕਹਿੰਦੇ ਕਰੋੜਾਂ ਸਾਖਤ ਬਿਰਤੀ ਦੇ ਲੋਕ ਮਿਲ ਜਾਣ ਨਾ, ਉਹ ਕਦੇ ਆਪਣੀ ਸੰਤਗਿਰੀ ਨਹੀਂ ਛੱਡਦੇ, ਆਪਣਾ ਸੁਭਾਅ ਨਹੀਂ ਛੱਡਦਾ। ਤੇ ਭਗਤ ਕਬੀਰ ਜੀ ਕਹਿੰਦੇ ਪਾਣੀ ਵਰਗਾ ਵੀ ਨਹੀਂ ਹੋਣਾ ਚਾਹੀਦਾ। ਪਾਣੀ ਵਿੱਚ ਇਹ ਗੁਣ ਵੀ ਹੈ, ਔਗੁਣ ਵੀ ਹੈ ਕਿ ਆਪਣੇ ਆਪ ਨੂੰ ਸਮੇਂ ਦੇ ਅਨੁਸਾਰ ਢਾਲ ਲੈਂਦਾ ਹੈ। ਤੇ ਫਿਰ ਭਗਤ ਕਬੀਰ ਜੀ ਕੀ ਕਰਦੇ ਆ, ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਵੇ। ਸੀਰ ਕਹਿ ਦਿੰਦੇ ਆ ਠੰਡੇ ਨੂੰ,
ਕਹਿੰਦੇ ਪਾਣੀ ਦਾ ਕੀ ਸੁਭਾਅ, ਉਹ ਠੰਡਾ ਵੀ ਹੋ ਜਾਂਦਾ, ਗਰਮ ਵੀ ਹੋ ਜਾਂਦਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਵੇ। ਕਹਿੰਦੇ ਰੱਬ ਦਾ ਪਿਆਰ ਤਾਂ ਇੰਝ ਚਾਹੀਦਾ ਜਿੱਦਾਂ ਰੱਬ ਹੀ ਹੋਵੇ, ਤੇ ਰੱਬ ਦੇ ਪਿਆਰੇ ਰੱਬ ਵਰਗੇ ਬਣ ਜਾਂਦੇ ਆ। ਜਿੱਦਾਂ ਪਾਰਸ ਦੇ ਵਿੱਚ ਗੁਣ ਹੈ ਨਾ ਕਿ ਪਾਰਸ ਦੇ ਕੋਲ ਜਿਹੜੀ ਭਾਵੇਂ ਲੋਹਾ ਪਾਰਸ ਨੂੰ ਛੂਹ ਜਾਵੇ ਉਹ ਉਹਨੂੰ ਸੋਨਾ ਬਣਾ ਦਿੰਦਾ। ਪਾਰਸ ਨੂੰ ਚਾਂਦੀ ਛੂਹ ਜਾਵੇ ਉਹਨੂੰ ਸੋਨਾ ਬਣਾ ਦਿੰਦੇ। ਪਾਰਸ ਨੂੰ ਸਾਧ ਸੰਗਤ ਜੀ ਦੇਗੀ ਲੋਹਾ ਛੋਹ ਜਾਵੇ ਉਹਨੂੰ ਸੋਨਾ ਬਣਾ ਦਿੰਦੇ ਆ। ਐਲੂਮੀਨੀਅਮ ਛੋਹ ਜਾਵੇ ਨਾ ਉਹਨੂੰ ਸੋਨਾ ਬਣਾ ਦਿੰਦੇ। ਭਾਵ ਦੁਨੀਆ ਦੀ ਕੋਈ ਧਾਤ ਹੋਵੇ ਜਦੋਂ ਪਾਰਸ ਦੇ ਸੰਪਰਕ ਦੇ ਵਿੱਚ ਆਉਂਦੀ ਹੈ ਨਾ ਤਾਂ ਉਹ ਸੋਨਾ ਬਣ ਜਾਂਦੀ ਹੈ। ਪਰ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ ਉਹ ਰੱਬ ਹੈ, ਸਾਧੂ ਹੁੰਦੇ ਆ, ਬੰਦਗੀ ਕਰਨ ਵਾਲੇ। ਕਹਿੰਦੇ ਉਹ ਪਾਰਸ ਵਰਗੇ ਨਹੀਂ ਹੁੰਦੇ। ਕਬੀਰ ਸੰਤ ਅਰ ਪਾਰਸ ਮਹਿ ਵੱਡੋ ਅੰਤਰੋ ਜਾਨ, ਉਹ ਲੋਹੇ ਉਹ ਕੰਚਨ ਕਰੇ ਉਹ ਕਰੇ ਆਪ ਸਮਾਨ। ਕਹਿੰਦੇ ਰੱਬ ਦੇ ਪਿਆਰੇ ਕੀ ਕਰਦੇ ਆ, ਜਿੱਦਾਂ ਪਾਰਸ ਦਾ ਸੁਭਾਅ ਜਿਹੜੀ ਮਰਜ਼ੀ ਧਾਤ ਆ ਜਾਏ ਉਹਦੇ ਨਾਲ ਛੋਹ ਜਾਏ ਉਹਨੂੰ ਉਹ ਸੋਨਾ ਬਣਾ ਦਿੰਦੀ ਆ। ਪਰ ਰੱਬ ਦੇ ਪਿਆਰੇ ਪਾਰਸ ਦੇ ਵਾਂਗੂ ਸੋਨਾ ਨਹੀਂ ਬਣਾਉਂਦੇ, ਉਹ ਆਪਣੇ ਵਰਗੇ ਨਹੀਂ ਬਣਾਉਂਦੇ, ਉਹ ਰੱਬ ਹੀ ਬਣਾ ਦਿੰਦੇ ਆ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਕਹਿੰਦੇ ਰੱਬ ਦੇ ਪਿਆਰਿਆਂ ਵਿੱਚ ਇਹ ਗੁਣ ਆ, ਜਿਹਦੇ ਵਿੱਚ ਇਹ ਗੁਣ ਹੈ ਨਾ ਉਹ ਸਾਧੂ ਹੈ। ਇਹ ਹੋ ਗਿਆ ਨਿਮਰਤਾ। ਤੇ ਫਿਰ ਨੰਨੇ ਦਾ ਦੂਸਰਾ ਅਰਥ ਕੀ ਹੈ? ਕਹਿੰਦੇ ਨਿਰਵੈਰ। ਕਹਿੰਦੇ ਜਿਹੜੇ ਕਿਸੇ ਦੇ ਨਾਲ ਵੈਰ ਨਹੀਂ ਨਾ ਕਰਦੇ ਉਹ ਸਾਧੂ ਨੇ। ਜਿਨ੍ਹਾਂ ਨੇ ਦੁਨੀਆ ਦੇ ਵਿੱਚ ਕਿਸੇ ਨੇ ਵੈਰ ਵਿਰੋਧ ਨਹੀਂ ਨਾ ਕੀਤਾ ਉਹ ਸਾਧੂ ਹੈ। ਉਹਦੇ ਵਾਸਤੇ ਉਹਦਾ ਦੁਸ਼ਮਣ ਵੀ ਆ ਜਾਏ ਨਾ ਲੰਗਰ ਦੇ ਵਿੱਚ ਉਹਨੂੰ ਵੀ ਛਕਾਏਗਾ। ਉਹਦੇ ਸਾਹਮਣੇ ਆ ਕੇ ਉਹਦਾ ਦੁਸ਼ਮਣ ਬੈਠ ਜਾਏ ਨਾ ਉਹਨੂੰ ਵੀ ਚਾਹ ਛਕਾਏਗਾ। ਜੇ ਕਿਤੇ ਉਹਨੇ ਦਵਾਈਆਂ ਦਾ ਲੰਗਰ ਲਾਇਆ ਨਾ, ਕੋਈ ਮੈਡੀਕਲ ਕੈਂਪ ਲਾਇਆ, ਉਹਦਾ ਦੁਸ਼ਮਣ ਆ ਜਾਵੇ ਇਲਾਜ ਵਾਸਤੇ ਉਹਦਾ ਵੀ ਇਲਾਜ ਕਰਾਏਗਾ, ਉਹਨੂੰ ਬਾਹਰ ਨਹੀਂ ਕੱਢੇਗਾ। ਉਹ ਨਿਰਵੈਰ ਹੁੰਦੇ ਆ। ਕਿਉਂ? ਉਹਨਾਂ ਨੇ ਉਸ ਅਕਾਲ ਪੁਰਖ ਜਿਹੜਾ ਨਿਰਵੈਰ ਹੈ ਉਹਦੀ ਬੰਦਗੀ ਕੀਤੀ, ਨਾਮ ਜਪਿਆ। ਇੱਕ ਗ੍ਰੰਥ ਵਿੱਚ ਲਿਖਿਆ ਹੈ, ਸੰਤ ਕਰੈ ਨਹੀਂ ਵੈਰ ਕਹੂੰ ਸਭ ਕੇ ਹਿਤ ਮੈਂ ਵਰਤੈ ਅਤ ਹੀ। ਕਹਿੰਦੇ ਸਾਧੂ ਕਿਸੇ ਦੇ ਨਾਲ ਵੈਰ ਨਹੀਂ ਕਰਦਾ, ਉਹ ਸਾਰਿਆਂ ਦੇ ਭਲੇ ਵਾਸਤੇ ਕਾਰਜ ਕਰਦਾ। ਹੁਣ ਮਹਾਂਪੁਰਖਾਂ ਨੂੰ ਚੰਗਾ ਮਾੜਾ ਬੋਲਣ ਵਾਲੇ ਦੁਨੀਆ ਵਿੱਚ ਥੋੜ੍ਹੇ ਹੁੰਦੇ ਆ। ਅੱਜ ਜਿੱਥੇ ਇਸ ਅਸਥਾਨ ਦੀ ਲੋਕ ਜੈ ਜੈਕਾਰ ਕਰਦੇ ਆ ਉੱਥੇ ਨਿੰਦਕ ਵੀ ਹੋਣਗੇ ਨਾ। ਬਾਬਾ ਆਨੰਦ ਸਿੰਘ ਦੀ ਜੈ ਜੈਕਾਰ ਕਰਨ ਵਾਲੇ ਬੜੇ ਆ, ਪਰ ਨਿੰਦਿਆ ਕਰਨ ਵਾਲਿਆਂ ਦੀ ਵੀ ਕਮੀ ਨਹੀਂ। ਪਰ ਜੇ ਨਿੰਦਿਆ ਕਰਨ ਵਾਲੇ ਨਾਨਕਸਰ ਕਦੇ ਚਲੇ ਜਾਣ ਭੁੱਖ ਦੇ ਮਾਰੇ, ਉਹਨੂੰ ਪ੍ਰਸ਼ਾਦਾ ਮਿਲਦਾ ਕਿ ਨਹੀਂ? ਰਾੜਾ ਸਾਹਿਬ ਚਲੇ ਜਾਣ ਪ੍ਰਸ਼ਾਦਾ ਮਿਲਦਾ ਕਿ ਨਹੀਂ? ਕਦੇ ਉਹਨਾਂ ਨੇ ਆਖਿਆ ਕਿ ਤੂੰ ਸਾਧੂਆਂ ਦੀ ਨਿੰਦਿਆ ਕਰਦਾ ਕਿ ਤੈਨੂੰ ਪ੍ਰਸ਼ਾਦਾ ਨਹੀਂ ਦੇਣਾ? ਚਲੋ ਇਹ ਤਾਂ ਹੋ ਗਈ। ਜੇ ਚਲੋ ਲੰਗਰਾਂ ਦੇ ਵਿੱਚ ਮੇਰੇ ਵਰਗਾ ਵੀ ਕੋਈ ਚਲੇ ਜਾਂਦਾ ਹੈ, ਮੇਰੇ ਵਰਗਾ ਵੀ ਕੋਈ ਵਰਤਾਉਣ ਵਾਲਾ ਹੁੰਦਾ ਉੱਥੇ, ਕਿ ਤੂੰ ਸਾਧੂਆਂ ਦੀ ਨਿੰਦਿਆ ਕਰਦਾ ਜਾਂ ਭਾਜਾ ਲੰਗਰ ਚੋਂ ਭਜਾ ਦਿੰਦਾ ਉੱਠ ਕੇ, ਤੈਨੂੰ ਪ੍ਰਸ਼ਾਦਾ ਨਹੀਂ ਮਿਲਣਾ, ਤੇਰਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ, ਤੂੰ ਉਹਨੂੰ ਲੰਗਰ ਨਹੀਂ ਇਹਨੂੰ ਢਾਬਾ ਸਮਝਿਆ? ਨਹੀਂ। ਚਲੋ ਰੱਬ ਦੀ ਗੱਲ ਕਰੋ। ਰੱਬ ਨੂੰ ਗਾਲਾਂ ਕੱਢਣ ਵਾਲੇ ਜਿਹੜੇ ਤਰਕ ਵਾਲੀ ਬੁੱਧੀ ਦੇ ਮਾਲਕ ਨੇ ਨਾ, ਜਿਹੜੇ ਹਰ ਗੱਲ ਦੇ ਉੱਪਰ ਤਰਕ, ਹਰ ਗੱਲ ਉੱਪਰ ਸਵਾਲ ਹੈ, ਰੱਬ ਨੇ ਕਦੇ ਉਹਨਾਂ ਦੀ ਉਮਰ ਘਟਾਈ ਹੈ? ਰੱਬ ਨੇ ਕਦੇ ਸਵਾਸ ਇੱਕ ਦਿਨ ਦੇ ਵਿੱਚ ਜੇ ਸਾਨੂੰ 24,000 ਦਿੰਦਾ, ਜਿਹੜੇ ਬੰਦਗੀ ਕਰਦੇ ਆ ਉਹਨਾਂ ਨੂੰ 24,000 ਦਿੰਦਾ ਹੈ, ਤੇ ਜਿਹੜਾ ਰੱਬ ਨੂੰ ਗਾਲਾਂ ਕੱਢਦੇ ਆ ਉਹਦੀ 24,000 ਸਵਾਸਾਂ ਦੇ ਵਿੱਚੋਂ ਕਿੰਨੇ ਘਟਾਇਆ? ਦੱਸੋ ਕਦੇ ਘਟਾਏ? ਨਹੀਂ। ਜਿਸ ਸ਼ਾਮ ਸਵੇਰੇ ਉਹ ਰੋਟੀ ਖਾਂਦਾ ਹੈ, ਰੱਬ ਦੀ ਬੰਦਗੀ ਕਰਨ ਵਾਲਾ ਹੈ, ਤੇ ਜਿਹੜਾ ਰੱਬ ਨੂੰ ਗਾਲਾਂ ਕੱਢਦਾ ਰੱਬ ਰੋਟੀ ਉਹਨੂੰ ਵੀ ਦਿੰਦਾ ਸਵੇਰੇ ਸ਼ਾਮ। ਤੇ ਜੇ ਸਾਧੂਆਂ ਦੇ ਕੋਲ ਵੱਡੀਆਂ ਵੱਡੀਆਂ ਅੱਜ ਗੱਡੀਆਂ ਮਾਲਕ ਨੇ ਦਿੱਤੀਆਂ ਨੇ, ਉਸ ਪਰਮੇਸ਼ਰ ਨੇ ਦਾਤਾਂ ਬਖਸ਼ਿਸ਼ ਕੀਤੀਆਂ ਨੇ, ਮਹਿੰਗੀਆਂ ਮਹਿੰਗੀਆਂ ਗੱਡੀਆਂ ਅੱਜ ਕਹਿ ਦਿੰਦੇ ਆ ਨਾ ਇਹਨਾਂ ਨੂੰ ਮੌਜਾਂ ਨੇ, ਵੱਡੀਆਂ ਵੱਡੀਆਂ ਗੱਡੀਆਂ ਵਿੱਚ ਘੁੰਮਦੇ ਆ। ਕਿਉਂ? ਇਹ ਤਾਂ ਦਾਤਾਂ ਨੇ, ਉਹ ਪਰਮੇਸ਼ਰ ਦੇਣ ਵਾਲਾ। ਕਿਉਂ? ਉਹਨਾਂ ਦੀ ਬੰਦਗੀ ਕਰਦੇ ਆ, ਉਹਦੇ ਗੁਣਾਂ ਦਾ ਉਚਾਰਨ ਕਰਦੇ ਆ। ਤੇ ਜਿਹੜਾ ਬੱਚਾ ਆਪਣੇ ਪਿਓ ਨੂੰ ਪ੍ਰਸੰਨ ਕਰ ਲੈਂਦਾ ਨਾ, ਜਿਹੜਾ ਮਰਜ਼ੀ ਲੈ ਲਵੇ ਆਪਣੇ ਪਿਓ ਤੋਂ, ਜੋ ਕੁਛ ਮਰਜ਼ੀ ਮੰਗ ਲਏ ਪਿਓ ਦੇ ਦਿੰਦਾ। ਫਿਰ ਉਹ ਮਾਲਕ, ਉਹ ਖਸਮ ਸਭ ਕੁਝ ਦੇ ਦਿੰਦਾ ਹੈ। ਪਰ ਉਸ ਪਰਮੇਸ਼ਰ ਨੂੰ ਗਾਲਾਂ ਕੱਢਣ ਵਾਲੇ ਨਿੰਦਕ ਕਿੱਡੀਆਂ ਕਿੱਡੀਆਂ ਵੱਡੀਆਂ ਗੱਡੀਆਂ ਲਈ ਫਿਰਦੇ ਆ, ਉਹ ਵੀ ਲਈ ਫਿਰਦੇ ਆ। ਰੱਬ ਨੇ ਕਦੇ ਕਿਸੇ ਦੇ ਨਾਲ ਵਿਤਕਰਾ ਨਹੀਂ ਕੀਤਾ। ਜੇ ਸਾਧੂਆਂ ਨੂੰ 2 ਅੱਖਾਂ ਦਿੱਤੀਆਂ ਤਾਂ ਨਿੰਦਕਾਂ ਨੂੰ ਵੀ 2 ਹੀ ਅੱਖਾਂ ਦਿੱਤੀਆਂ ਨੇ। ਜੇ ਸਾਧੂਆਂ ਨੂੰ 2 ਹੱਥ ਦਿੱਤੇ, ਨਿੰਦਕਾਂ ਦੇ ਵੀ 2 ਹੀ ਨੇ। 2 ਹੀ ਪੈਰ ਸਾਧੂਆਂ ਦੇ, 2 ਹੀ ਨਿੰਦਕਾਂ ਦੇ। 1 ਨੱਕ ਸਾਧੂਆਂ ਨੂੰ ਤੇ 1 ਹੀ ਸਵਾਸ ਲੈਣ ਵਾਸਤੇ ਸਾਖਤਾਂ ਨੂੰ। ਰੱਬ ਨੇ ਕਦੇ ਕਿਸੇ ਦੇ ਨਾਲ ਵਿਤਕਰਾ ਨਹੀਂ ਕੀਤਾ। ਰੱਬ ਨੇ ਇਹ ਨਹੀਂ ਸੋਚਿਆ ਕਿ ਅੱਜ ਮੀਂਹ ਪਾਉਣਾ
ਜਿਹੜੇ ਬੰਦਗੀ ਕਰਦੇ ਆ ਉਹਨਾਂ ਦੀ ਛੱਤ ਤੇ, ਉਹਨਾਂ ਦੇ ਵਿਹੜੇ, ਉਹਨਾਂ ਦੇ ਖੇਤਾਂ ਵਿੱਚ ਜ਼ਿਆਦਾ ਪਾਵਾਂ ਦੀਆਂ ਫਸਲਾਂ ਨੂੰ ਲੋੜ ਹੈ? ਨਹੀਂ, ਮੀਂਹ ਪੈਂਦਾ ਇੱਕ ਸਾਰ, ਉਹਨੇ ਕੋਈ ਵੱਡਾ ਛੋਟਾ ਅਮੀਰ ਗਰੀਬ ਸਾਧੂ ਸੰਤ ਨਹੀਂ ਵੇਖਣਾ, ਉਹਨੇ ਇੱਕ ਸਾਰ ਵਰਨਾ। ਇੱਦਾਂ ਹੀ ਸਾਧੂ ਦਾ ਸੁਭਾਅ ਹੈ। ਸੰਤ ਕਰੈ ਨਹੀਂ ਵੈਰ ਕਹੂੰ ਸਭ ਕੇ, ਹਿਤ ਮੈਂ ਵਰਤੈ ਅਤ ਹੀ, ਤਾਂ ਤਹਿ ਕੋ ਜਬ ਦਾਹਤ ਕੋ ਬਹਿ ਤਦਪ ਦੇਖ ਸੁਖਾਮਿਤ ਹੀ। ਕਹਿੰਦੇ ਜੇ ਕੋਈ ਸਾਧੂਆਂ ਨੂੰ ਦੁੱਖ ਵੀ ਦਿੰਦਾ ਨਾ ਤਾਂ ਰੱਬ ਦੇ ਪਿਆਰੇ ਉਹਨੂੰ ਦੁੱਖ ਨਹੀਂ ਦਿੰਦੇ, ਉਹਨੂੰ ਸੁੱਖ ਦਿੰਦੇ ਆ। ਇਹ ਸਾਧੂ ਦਾ ਸੁਭਾਅ ਹੈ। ਜੈਸੇ ਕੁਠਾਰ ਕਟੈ ਤਰ ਚੰਦਨ, ਗੰਧ ਤਿਸੈ ਮੁਖ ਦੇਵਤ ਹੀ, ਹੇਤ ਸਰਬਾਤਮ ਹੇਰਤ ਹੈ ਵਹਿ ਤਾਂ ਪਦ ਕੰਜ ਨਮੋ ਨਿਤ ਹੀ। ਇੱਕ ਗ੍ਰੰਥ ਵਿੱਚ ਲਿਖਿਆ ਸਾਧ ਸੰਗਤ, ਕਹਿੰਦੇ ਜਿੱਦਾਂ ਕੁਠਾਰ ਕਹਿ ਦਿੰਦੇ ਆ ਲੱਕੜੀ, ਲੱਕੜੀ ਦਾ ਸਾਧ ਸੰਗਤ ਕੁਹਾੜਾ ਲੈ ਕਰਕੇ ਨਾ ਚੰਦਨ ਨੂੰ ਕੱਟਣ ਵਾਸਤੇ ਜਾਂਦੇ ਆ ਲੋਕ, ਤੇ ਕੁਹਾੜੇ ਦੇ ਨਾਲ ਚੰਦਨ ਨੂੰ ਕੱਟਦੇ ਆ। ਜਦੋਂ ਕੱਟਦੇ ਆ ਨਾ, ਚੰਦਨ ਦਾ ਕੀ ਸੁਭਾਅ ਹੈ, ਉਹ ਆਪਣੀ ਸੁਗੰਧ ਹੀ ਛੱਡਦਾ ਹੈ। ਤੇ ਜਦੋਂ ਕੱਟਦੇ ਆ, ਕੁਹਾੜੀ ਕੱਟਦੀ ਹੈ, ਜਿਸ ਕੁਹਾੜੀ ਦਾ ਲੋਹਾ ਸਾਧ ਸੰਗਤ ਕੁਹਾੜੀ ਬਣੀ ਦੀ, ਉਹ ਕੁਹਾੜੀ ਦੇ ਵਿੱਚੋਂ ਵੀ ਸੁਗੰਧ ਆਉਣ ਲੱਗ ਜਾਂਦੀ ਹੈ ਚੰਦਨ ਦੀ। ਜੈਸੇ ਕੁਠਾਰ ਕਟੈ ਤਰ ਚੰਦਨ, ਚੰਦਨ ਦੇ ਦਰਖਤ ਨੂੰ ਕੱਟਣ ਵਾਲੀ ਲੋਹੇ ਦੀ ਕੁਹਾੜੀ, ਉਹਦੇ ਵਿੱਚੋਂ ਵੀ ਚੰਦਨ ਸਾਧ ਸੰਗਤ ਜੀ ਉਹਨੂੰ ਸਮੈਲ ਦੇਣ ਲੱਗ ਜਾਂਦਾ, ਸੁਗੰਧੀ ਦੇਣ ਲੱਗ ਜਾਂਦਾ। ਇੱਦਾਂ ਹੀ ਰੱਬ ਦੇ ਪਿਆਰਿਆਂ ਨੂੰ ਕੋਈ ਮੰਦਾ ਬੋਲਦਾ, ਕੋਈ ਚੰਗਾ ਬੋਲਦਾ, ਕੋਈ ਮਾਰਦਾ ਹੈ, ਕੋਈ ਝਿੜਕਦਾ ਹੈ, ਪਰ ਰੱਬ ਦੇ ਪਿਆਰੇ ਉਹਨੂੰ ਨਾਮ ਦੀ ਸੁਗੰਧੀ ਹੋ ਦਿੰਦੇ ਆ, ਉਹਨੂੰ ਸੁੱਖ ਦੀ ਸੁਗੰਧੀ ਹੋ ਦਿੰਦੇ ਆ। ਗੰਧ ਤਿਸੈ ਮੁਖ ਦੇਵ ਦੀ, ਕਹਿੰਦੇ ਸੁਗੰਧ ਦੇ ਦਿੰਦੀ ਆ ਚੰਦਨ ਦੀ ਲੱਕੜ, ਜਿਹੜਾ ਕੁਹਾੜਾ ਉਹਨੂੰ ਕੱਟਦਾ ਹੈ। ਹੇਤ ਸਰਬਾਤਮ ਹੇਰਤ ਹੈ ਬਹਿ ਤਾਂ ਪੰਦ ਕੰਜ ਨਮੋ ਨਿਤ ਹੀ, ਕਹਿੰਦੇ ਐਸੇ ਸਾਧੂਆਂ ਦੇ ਚਰਨ ਕਮਲਾਂ ਤੇ ਨਮਸਕਾਰ ਕਰਨੀ ਬਣਦੀ ਹੈ। ਉਹ ਸਾਧੂ ਹੈ। ਜੇ ਕੋਈ ਦੁਨੀਆ ਦੇ ਲੋਕ ਉਹਨੂੰ ਦੁੱਖ ਦਿੰਦੇ ਆ, ਉਹਦੀ ਨਿੰਦਿਆ, ਉਹਦੀ ਈਰਖਾ, ਉਹਦੀ ਚੁਗਲੀ ਕਰਦੇ ਆ, ਉਹ ਤਾਂ ਵੀ ਉਹਨਾਂ ਦਾ ਸੁੱਖ ਹੀ ਸੋਚਦਾ ਹੈ। ਹੁਣ ਐਡੇ ਵੱਡੇ ਵੱਡੇ ਸਮਾਗਮ ਮਹਾਂਪੁਰਖ ਕਰਦੇ ਆ ਤੇ ਇੰਨੇ ਲੋਕੀ ਲਾਹਾ ਪ੍ਰਾਪਤ ਕਰਦੇ ਆ, ਸਤਿਗੁਰਾਂ ਦੀ ਸੰਗਤ ਦੇ ਵਿੱਚ ਆ ਕਰਕੇ ਬੈਠਦੇ ਆ। ਪਿੱਛੇ ਸਕੂਲ ਦੇ ਵਿੱਚ ਸਮਾਗਮ ਕੀਤਾ, ਉੱਥੇ ਸਾਧ ਸੰਗਤ ਜੀ, ਸੰਗਤਾਂ ਨੇ ਅੰਮ੍ਰਿਤ ਵੀ ਛਕਿਆ, ਗੁਰੂ ਵਾਲੀਆਂ ਬਣੀਆਂ। ਜਿਨ੍ਹਾਂ ਦੇ ਮਨ ਵਿੱਚ ਚਾਅ ਹੈ, ਉਹਨਾਂ ਨੇ ਤਾਂ ਕਹਿਣਾ ਹੈ ਕਿ ਮਹਾਂਪੁਰਖ ਨੇ ਐਡਾ ਵੱਡਾ ਉਪਰਾਲਾ ਕੀਤਾ, ਉਹਦਾ ਝਾੜ ਨਿਕਲਿਆ, ਐਡੇ ਲੋਕਾਂ ਨੇ ਅੰਮ੍ਰਿਤ ਛਕਿਆ, ਉੱਥੇ ਸੰਗਤ ਨੇ ਅੰਮ੍ਰਿਤ ਛਕਿਆ, ਤੇ ਐਡੇ ਸਮਾਗਮ ਕਰਨੇ ਚਾਹੀਦੇ ਆ। ਪਰ ਉੱਥੇ ਹੀ ਲੋਕ ਕੁਝ ਨਿੰਦਿਆ ਕਰਨ ਵਾਲੇ ਵੀ ਆ। ਉਹ ਕੀ ਆਖਦੇ ਆ, ਕਹਿੰਦੇ ਜੇ ਐਡੇ ਐਡੇ ਸਮਾਗਮ ਐਵੇਂ ਨਹੀਂ ਹੁੰਦੇ, ਦੁਨੀਆ ਪੈਸੇ ਬੜੀ ਦਿੰਦੀ ਹੈ, ਮੱਥਾ ਬੜਾ ਟੇਕਦੀ ਹੈ, ਇਹ ਤਾਂ ਹੀ ਐਡੇ ਐਡੇ ਸਮਾਗਮ ਕਰ ਦਿੰਦੇ। ਇਹਨਾਂ ਨੇ ਪੈਸੇ ਇਕੱਠੇ ਕਰਨ ਦਾ ਢੰਗਵੰਜ ਰਚਿਆ ਹੈ, ਇਹ ਪੈਸੇ ਇਕੱਠੇ ਕਰਨ ਦਾ ਸਾਧਨ ਬਣਾਇਆ। ਤੇ ਮਹਾਂਪੁਰਖ ਆਖਦੇ ਹੁੰਦੇ ਆ, ਕਹਿੰਦੇ ਗੋਲਕ ਦੇ ਦੇਵਾਂਗਾ, ਗੋਲਕ ਦੀਆਂ ਚਾਬੀਆਂ ਵੀ ਤੁਹਾਨੂੰ ਫੜਾ ਦੇਵਾਂਗਾ, ਗੋਲਕ ਦੇ ਸਿਰ ਤੋਂ ਫਿਰ ਜਾਓ ਐਡੇ ਵੱਡੇ ਵੱਡੇ ਸਮਾਗਮ, ਐਡਾ ਲੰਗਰ ਚਲਾ ਕੇ ਦਿਖਾ ਦਿਓ, ਤੁਹਾਨੂੰ ਮੰਨ ਜਾਵਾਂਗਾ। ਇਹ ਸਾਧ ਸੰਗਤ ਜੀ, ਗੋਲਕਾਂ ਦੇ ਨਾਲ ਐਡੇ ਵੱਡੇ ਵੱਡੇ ਸਮਾਗਮ ਨਹੀਂ ਹੁੰਦੇ, ਲੰਗਰ ਵੀ ਨਹੀਂ ਚੱਲਦਾ ਚੱਜ ਦੇ ਨਾਲ ਜੇ ਗੋਲਕਾਂ ਵੱਲ ਵੇਖੀਏ ਤਾਂ। ਨਹੀਂ, ਹੁਣ ਇੱਥੇ ਤਾਂ ਅਮੀਰ ਨੇ ਵੀ ਆਉਣਾ, ਗਰੀਬ ਨੇ ਵੀ ਆਉਣਾ, ਕਿਸੇ ਨੂੰ ਕਿਹਾ ਥੋੜ੍ਹਾ ਜਾਂਦਾ ਕਿ ਗੋਲਕ ਦੇ ਵਿੱਚ ਪੈਸੇ ਪਾ। ਨਹੀਂ, ਇਹ ਤਾਂ ਤੇਰੀ ਸ਼ਰਧਾ ਹੈ। ਜੇ ਸ਼ਰਧਾ ਦੇ ਨਾਲ ਤੂੰ ਇੱਕ ਪੈਸੇ ਦਾ ਮੱਥਾ ਵੀ ਟੇਕਿਆ ਨਾ, ਉਹ ਵੀ ਪ੍ਰਵਾਨ ਹੈ। ਤੇ ਜੇ ਤੇਰੇ ਮੱਥਾ ਟੇਕਣ ਲੱਗਿਆ, ਨੋਟ ਕੱਢਿਆ 500 ਦਾ, ਮਨ ਵਿੱਚ ਹੰਕਾਰ ਲੋਕ ਦੇਖਣ ਕਿ ਇਹਨੇ 500 ਦਾ ਮੱਥਾ ਟੇਕਿਆ, ਤੇ ਉਹ ਵੀ ਨਹੀਂ ਪ੍ਰਵਾਨ। ਅਸੀਂ ਵੱਡੇ ਵੱਡੇ ਲੰਗਰ ਲਾਉਂਦੇ ਆ, ਮਲਕ ਭਾਗੋ ਦੇ ਵਾਂਗੂ 36 ਪ੍ਰਕਾਰ ਦੇ ਭੋਜਨ ਬਣਾਉਂਦੇ ਆ, ਉਹ ਪ੍ਰਵਾਨ ਹੀ ਜੇ ਤੇਰੇ ਮਨ ਦੇ ਵਿੱਚ ਹੰਕਾਰ ਹੈ। ਪਰ ਭਾਈ ਲਾਲੋ ਦੇ ਵਾਂਗੂ ਜੇ ਤੇਰੇ ਮਨ ਦੇ ਵਿੱਚ ਪ੍ਰੇਮ ਹੈ ਨਾ, ਸ਼ਰਧਾ ਹੈ, ਤੇ ਤੇਰਾ ਗੁਰੂ ਨਾਨਕ ਦੇ ਵਾਂਗੂ ਉਹ ਰੱਬ ਕੋਧਰੇ ਦਾ ਪ੍ਰਸ਼ਾਦਾ ਪ੍ਰਵਾਨ ਕਰੇਗਾ। ਦੁਰਯੋਧਨ ਦੇ ਵਾਂਗੂ 36 ਪ੍ਰਕਾਰ ਦੇ ਭੋਜਨ ਛੱਡ ਕੇ ਭਗਵਾਨ ਕ੍ਰਿਸ਼ਨ ਦੇ ਵਾਂਗ ਭਾਈ ਬਿਦਰ ਦੇ ਘਰ ਵਿੱਚ ਜਾ ਕੇ ਬੈਠੇਗਾ ਰੱਬ। ਜੇ ਤੂੰ 36 ਪ੍ਰਕਾਰ ਦੇ ਭੋਜਨ ਬਣਾਈ ਫਿਰਦਾ ਨਾ, ਦੁਰਯੋਧਨ ਵਾਂਗੂ ਹੰਕਾਰ ਹੈ, ਤੇ ਉਧਰ ਬਿਦਰ ਦੇ ਘਰ ਸਾਗ ਬਣਿਆ, ਵਿੱਚ ਲੂਣ ਵੀ ਨਹੀਂ, ਤੇ ਰੱਬ ਨੇ, ਭਗਵਾਨ ਕ੍ਰਿਸ਼ਨ ਨੇ 36 ਪ੍ਰਕਾਰ ਦੇ ਭੋਜਨ ਛੱਡ ਕੇ ਬਿਦਰ ਦਾ ਅਲੂਣਾ ਸਾਗ ਕਬੂਲਿਆ। ਇੱਥੇ ਕਿਸੇ ਨੂੰ ਆਖਿਆ ਨਹੀਂ ਜਾਂਦਾ ਕਿ ਗੋਲਕ ਵਿੱਚ ਪੈਸੇ ਪਾਓ। ਨਹੀਂ, ਇਹ ਤੇਰੀ ਸ਼ਰਧਾ ਹੈ। ਸ਼ਰਧਾ ਅਨੁਸਾਰ ਸੰਗਤ ਜੀ ਫਲ ਲੱਗਦਾ ਹੈ। ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਜਿਹੜੇ ਉਸ ਪਰਮੇਸ਼ਰ ਦੇ ਦਰ ਦੇ ਉੱਪਰ ਆਉਂਦੇ ਆ, ਰੱਬ ਉਹਨਾਂ ਨੂੰ ਦਾਤਾਂ ਬਖਸ਼ਿਸ਼ ਕਰ ਦਿੰਦਾ, ਨਿਹਾਲ ਕਰ ਦਿੰਦਾ, ਜੀਵਨ ਮੁਕਤ ਕਰ ਦਿੰਦਾ, ਉਹਨਾਂ ਦਾ ਲੋਕ ਤੇ ਪਰਲੋਕ ਸੁਹੇਲਾ ਕਰ ਦਿੰਦਾ।
ਤੇ ਇਦਾਂ ਹੀ ਸਾਧ ਸੰਗਤ ਜੀ ਉਹ ਨਿਰਵੈਰ ਹੁੰਦੇ ਆ, ਕਿਸੇ ਦੇ ਨਾਲ ਵੈਰ ਨਹੀਂ ਕਰਦੇ। ਹੁਣ ਸਾਧੂ ਨੂੰ ਗਾਲਾਂ ਬੜੀਆਂ ਕੱਢਦੇ ਆ ਲੋਕ, ਇਹਨਾਂ ਨੇ ਪੈਸੇ ਇਕੱਠੇ ਕਰਨ ਦਾ ਕਹਿੰਦੇ ਤਰੀਕਾ ਬਣਾਇਆ, ਬੜਾ ਵਧੀਆ ਤਰੀਕਾ ਇਹ। ਜੇ ਤੈਨੂੰ ਇਹ ਤਰੀਕਾ ਵਧੀਆ ਲੱਗਿਆ ਨਾ ਤੂੰ ਵੀ ਕਰ ਲੈ, ਦੇਖਦੇ ਆ ਤੇਰੇ ਪਿੱਛੇ ਤੇਰੇ ਚਾਚੇ ਤਾਇਆਂ ਦੇ ਮੁੰਡਿਆਂ ਨੇ ਨਹੀਂ ਤੁਰਨਾ ਇੱਥੇ ਦਾ। ਫਿਰ ਸਾਧ ਸੰਗਤ ਜੇ ਕੋਈ ਕਮਾਈ ਹੈ ਨਾ, ਜੇ ਕੋਈ ਬਰਕਤ ਹੈ, ਜੇ ਨਾਮ ਦਾ ਕਿਣਕਾ ਹਿਰਦੇ ਦੇ ਵਿੱਚ ਵਸਿਆ, ਤਾਂ ਹੀ ਇੰਨੀ ਦੂਰੋਂ ਦੂਰੋਂ ਲੋਕ ਆ ਕਰਕੇ ਸਿਰ ਝੁਕਾਉਂਦੇ ਆ ਨਾ ਇੱਥੇ, ਤਾਂ ਹੀ ਹੈ ਨਾ। ਇਹ ਬੰਦਗੀ ਨੂੰ ਨਮਸਕਾਰਾਂ ਹੁੰਦੀਆਂ ਨੇ, ਇਹ ਸ਼ਰਧਾ ਨੂੰ ਨਮਸਕਾਰਾਂ ਹੁੰਦੀਆਂ ਨੇ। ਤੇ ਸਾਧੂ ਦਾ ਸੁਭਾਅ ਹੈ ਗਾਲਾਂ ਕੱਢਣ ਵਾਲਿਆਂ ਨੂੰ ਦੁਰਕਾਰਦਾ ਨਹੀਂ, ਤੇ ਉਹਨਾਂ ਨੂੰ ਬਹੁਤਾ ਪਿਆਰ ਨਹੀਂ ਕਰਦਾ ਜਿਹੜੇ ਉਹਨਾਂ ਦੇ ਉਸਤਤ ਕਰਦੇ ਆ। ਉਹ ਦੋਵਾਂ ਨੂੰ ਇੱਕ ਸਮਾਨ ਰੱਖਦਾ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਵੈਰੀ ਨਾਹੀ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਕਹਿੰਦੇ ਉਹਨਾਂ ਨੂੰ ਸਾਰੇ ਇੱਕੋ ਜਿਹੇ ਲੱਗਦੇ ਆ। ਤੇ ਉਹਨਾਂ ਦੇ ਕੋਲ ਸਾਧ ਸੰਗਤ ਜੀ ਸਾਧੂ ਦਾ ਇਹ ਸੁਭਾਅ ਹੈ, ਤੇ ਉਹ ਨਿਰਮਲ ਹੁੰਦੇ ਆ, ਉਹਨਾਂ ਦਾ ਮਨ ਵਿਸ਼ੇ ਵਿਕਾਰਾਂ ਤੋਂ ਨਿਰਮਲ ਹੁੰਦਾ ਹੈ। ਤੇ ਨਾਲ ਹੀ ਸਾਧ ਸੰਗਤ ਜੀ ਫਿਰ ਜਿਹੜਾ ਸੰਤ ਸ਼ਬਦ ਦਾ ਤੀਸਰਾ ਅੱਖਰ ਹੈ ਨਾ ਤੱਤਾ, ਉਹ ਤੋਂ ਕੀ ਭਾਵ ਹੈ? ਕਹਿੰਦੇ ਤਿਆਗ। ਉਹਨਾਂ ਦੀ ਬਿਰਤੀ ਤਿਆਗ ਵਾਲੀ ਹੁੰਦੀ ਹੈ, ਉਹ ਸਭ ਕੁਝ ਤਿਆਗ ਦਿੰਦੇ ਆ। ਨਾਮ ਨੂੰ ਛੱਡ ਕੇ ਸਭ ਕੁਝ ਸਾਧੂ ਤਿਆਗ ਦਿੰਦਾ ਹੈ। ਹੁਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਾਧੂ ਸੁਭਾਅ, ਉਹਨਾਂ ਨੂੰ ਸੰਤ ਵੀ ਕਿਹਾ ਜਾਂਦਾ, ਸਿਪਾਹੀ ਵੀ ਕਿਹਾ ਜਾਂਦਾ। ਜਦੋਂ ਤਿਆਗਣ ਤੇ ਆਏ ਨਾ, ਛੱਡਣ ਤੇ ਆਏ, ਪਟਨਾ ਸਾਹਿਬ ਛੱਡ ਆਏ ਤੇ ਫਿਰ ਅਨੰਦਪੁਰ ਸਾਹਿਬ ਆ ਗਏ। ਫਿਰ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਕਹਿੰਦੇ ਕਈ 7 ਮਹੀਨੇ ਲਿਖਦੇ ਆ, ਕਈ 9 ਮਹੀਨੇ ਲਿਖਦੇ ਆ ਵੀ ਘੇਰਾ ਪਿਆ ਰਿਹਾ। ਗੁਰੂ ਗੋਬਿੰਦ ਸਿੰਘ ਨੇ ਕਿਲਾ ਨਹੀਂ ਛੱਡਿਆ, ਜੰਗ ਕਰਦੇ ਰਹੇ, ਯੁੱਧ ਕਰਦੇ ਰਹੇ, ਨਹੀਂ ਛੱਡਿਆ ਕਿਲਾ। ਪਰ ਜਦੋਂ ਛੱਡਣ ਤੇ ਆਏ ਨਾ, ਫਿਰ ਮਿੰਟ ਵੀ ਨਹੀਂ ਲਾਇਆ, ਸਭ ਕੁਝ ਛੱਡ ਕੇ ਆ ਗਏ। ਅਸੀਂ ਪੁੱਤਰਾਂ ਨੂੰ ਦੱਸਦੇ ਹਾਂ, ਜਦੋਂ ਵਾਰਨ ਤੇ ਆਇਆ ਨਾ ਕਲਗੀਆਂ ਵਾਲਾ, ਚਾਰੇ ਦੇ ਚਾਰੇ ਕੁਰਬਾਨ ਕਰ ਗਿਆ। ਤੇ ਜਿਨ੍ਹਾਂ ਦਾ ਪਿਤਾ ਇਸ ਸੰਸਾਰ ਤੋਂ ਗਿਆ ਨਾ, ਉਹਨਾਂ ਪੁੱਤਰਾਂ ਨੂੰ ਪੁੱਛ ਪਿਤਾ ਦੇ ਜਾਣ ਦਾ ਦੁੱਖ ਕੀ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਨੇ ਸਾਡੇ ਵਾਸਤੇ ਪਿਤਾ ਕੁਰਬਾਨ ਕੀਤਾ, ਆਪਣੀ ਮਾਤਾ ਕੁਰਬਾਨ ਕੀਤੀ ਹੈ, ਆਪਣੇ ਭੂਆ ਦੇ ਚਾਰੇ ਪੁੱਤਰ ਕੁਰਬਾਨ ਕੀਤੇ ਆ, ਜਾਨ ਤੋਂ ਪਿਆਰੇ ਸਿੰਘ ਕੁਰਬਾਨ ਕੀਤੇ ਆ। ਮਾਮਾ ਕਿਰਪਾਲ ਚੰਦ ਸ਼ਹੀਦ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਸੰਗੋ ਸ਼ਾਹ ਹੋਣੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਭੂਆ ਦੇ ਪੁੱਤਰ ਨੇ, ਉਹ ਕੁਰਬਾਨ ਹੋਏ ਨੇ। ਤੇ ਜਾਨ ਤੋਂ ਪਿਆਰੇ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਦੇ ਕੁਰਬਾਨ ਆ। ਜਦੋਂ ਛੱਡਣ ਤੇ ਆਏ ਨਾ, ਤਾਂ 1 ਸਕਿੰਟ ਨਹੀਂ ਲਾਇਆ, ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ। ਕਹਿੰਦੇ ਸਾਧੂਆਂ ਦਾ ਸੁਭਾਅ ਹੈ ਤਿਆਗ, ਉਹ ਬੜੀ ਛੇਤੀ ਤਿਆਗ ਕਰ ਦਿੰਦੇ ਆ। ਤੇ ਗੁਰਬਾਣੀ ਦੇ ਵਿੱਚ ਆਖਿਆ, ਤਿਆਗਨਾ ਤਿਆਗਨ ਅਨੇਕਾ, ਕਾਮ ਕ੍ਰੋਧ ਲੋਭ ਮੋਹ ਤਿਆਗਨਾ। ਕਹਿੰਦੇ ਜੇ ਤਿਆਗਣਾ ਨਾ, ਜੇ ਤੈਨੂੰ ਸਾਧੂ ਦੇ ਗੁਣ ਚਾਹੀਦੇ ਆ, ਤੇ ਜਿਨ੍ਹਾਂ ਨੇ ਕਾਮ ਛੱਡਿਆ, ਕ੍ਰੋਧ ਛੱਡਿਆ, ਲੋਭ ਮੋਹ ਹੰਕਾਰ, ਇਹ 5 ਵਿਸ਼ੇ ਵਿਕਾਰ ਛੱਡੇ ਆ ਨਾ, ਉਹ ਸਾਧੂ ਹੈ। ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਕਿਸੇ ਪ੍ਰਕਾਰ ਦਾ ਵਿਸ਼ੇ ਵਿਕਾਰ ਹੈ ਨਾ, ਉਹ ਸਾਧੂ ਹੈ। ਉਹਨਾਂ ਦਾ ਸੁਭਾਅ ਹੈ, ਉਹ ਆਪਣੇ ਹਿਰਦੇ ਦੇ ਵਿੱਚ ਕਾਮ ਨੂੰ, ਕ੍ਰੋਧ ਨੂੰ ਜਗ੍ਹਾ ਨਹੀਂ ਦਿੰਦੇ। ਜੇ ਜਗ੍ਹਾ ਦਿੰਦੇ ਆ ਤਾਂ ਕੇਵਲ ਤੇ ਕੇਵਲ ਉਸ ਪਰਮੇਸ਼ਰ ਦੇ ਨਾਮ ਰੂਪ ਬੀਜ ਨੂੰ ਜਗ੍ਹਾ ਦਿੰਦੇ ਆ। ਉਹਨਾਂ ਨੇ ਆਪਣੇ ਹਿਰਦਿਆਂ ਦੇ ਵਿੱਚ ਨਾਮ ਨੂੰ ਬੀਜਿਆ, ਤੇ ਉਹ ਸਭ ਕੁਝ ਤਿਆਗ ਦਿੰਦੇ ਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚਿਆਂ ਨੂੰ ਲਾਲਚ ਦਿੱਤਾ ਸੀ ਵਜ਼ੀਰ ਖਾਨ ਨੇ। ਕਹਿੰਦੇ ਬੱਚਿਓ, ਦੀਨ ਕਬੂਲ ਲਓ, ਸਾਡਾ ਧਰਮ ਮੁਸਲਮਾਨ ਧਰਮ ਕਬੂਲ ਕਰ ਲਵੋ, ਮੁਸਲਮਾਨ ਬਣ ਜਾਵੋ, ਤੁਹਾਨੂੰ ਬੜੀ ਮਾਇਆ ਦਿੱਤੀ ਜਾਵੇਗੀ, ਸੋਨੇ ਦੀਆਂ ਅਸ਼ਰਫੀਆਂ ਦਿੱਤੀਆਂ ਜਾਣਗੀਆਂ, ਹੂਰਾਂ ਦੇ ਡੋਲੇ ਦਿੱਤੇ ਜਾਣਗੇ, ਵੱਡੇ ਵੱਡੇ ਮਹਿਲ ਦਿੱਤੇ ਜਾਣਗੇ। ਪਰ ਉਸ ਸੰਤ ਸਿਪਾਹੀ ਦੇ ਬੱਚੇ, ਸਾਧੂ ਦਾ ਬੱਚਾ ਸਾਧੂ ਹੁੰਦਾ ਹੈ, ਸੱਪ ਦਾ ਬੱਚਾ ਸੱਪ ਹੁੰਦਾ ਹੈ, ਉਹਨੇ ਸੱਪ ਹੀ ਬਣਨਾ। ਤੇ ਜਿਹੜੇ ਸਾਧੂ ਹੈ, ਬੰਦਗੀ ਕਰਨ ਵਾਲੇ ਆ, ਉਹਨਾਂ ਦੇ ਬੱਚੇ ਬੰਦਗੀ ਕਰਦੇ ਆ। ਤੇ ਸਾਧ ਸੰਗਤ ਜੀ, ਜੇ ਇੱਕ ਘਰ ਦੇ ਵਿੱਚ ਕੋਈ ਡਾਕਟਰ ਆ ਨਾ, ਉਹਨੇ ਵਿਆਹ ਵੀ ਡਾਕਟਰ ਦੇ ਨਾਲ ਕਰਵਾਉਣਾ, ਤੇ ਜਿਹੜੇ ਬੱਚੇ ਹੋਣਗੇ ਉਹਨਾਂ ਨੂੰ ਵੀ ਡਾਕਟਰੀ ਲਾਈਨ ਵਿੱਚ ਪਾਉਣਾ। ਇਹ ਸਾਡਾ ਇਹ ਸੁਭਾਅ ਹੀ ਬਣ ਗਿਆ, ਸਾਡਾ ਰਿਵਾਜ ਹੀ ਬਣ ਗਿਆ। ਤੇ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚਿਆਂ ਨੂੰ ਬੜੇ ਲਾਲਚ ਦਿੱਤੇ ਗਏ, ਸਾਹਿਬਜ਼ਾਦਿਆਂ ਨੂੰ। ਪਰ ਉਹਨਾਂ ਨੇ ਕੀ ਆਖਿਆ? ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਤਿਆਗ ਦਿੱਤੀਆਂ ਵਜ਼ੀਰ ਖਾਨ ਦੀਆਂ ਸਾਰੀਆਂ ਸ਼ਰਤਾਂ, ਵਜ਼ੀਰ ਖਾਨ ਦੇ ਲਾਲਚ ਸਾਰੇ ਤਿਆਗ ਦਿੱਤੇ। ਕਹਿੰਦੇ ਤੇ ਸਾਨੂੰ ਤੇਰਾ ਰਾਜ ਨਹੀਂ ਚਾਹੀਦਾ। ਜੇ ਤੂੰ ਆਖ ਦੇਵੇਂ ਨਾ ਵੀ ਤੁਹਾਨੂੰ ਮੁਕਤੀ ਦੇਵਾਂਗਾ, ਸਾਨੂੰ ਤੇਰੀ ਮੁਕਤੀ ਵੀ ਨਹੀਂ ਚਾਹੀਦੀ।
ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਸਾਨੂੰ ਸਾਡੇ ਪਿਤਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਚਰਨਾਂ ਦਾ ਪਿਆਰ ਚਾਹੀਦਾ। ਤੇ ਅੱਜ ਜੇ ਅਸੀਂ ਤੇਰੇ ਲਾਲਚ ਦੇ ਵਿੱਚ ਆ ਗਏ ਨਾ, ਤਾਂ ਸਾਨੂੰ ਸਾਡੇ ਦਾਦਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਿਆਰ ਨਹੀਂ ਮਿਲਣਾ। ਇਸੇ ਕਰਕੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ, ਸਭ ਕੁਝ ਤਿਆਗ ਦਿੰਦੇ ਆ। ਦੁਨੀਆ ਦੇ ਲੋਕ ਮੁਕਤੀ ਦੇਣ ਨਾ, ਪਦਾਰਥ ਦੇਣ, ਸੁੱਖ ਸਾਧਨ ਸਭ ਕੁਝ ਦੇਣ, ਉਹ ਤਿਆਗ ਦਿੰਦੇ ਆ। ਪਰ ਰੱਬ ਦੇ ਪਿਆਰੇ ਕਹਿੰਦੇ ਇੱਕ ਚੀਜ਼ ਨਹੀਂ ਛੱਡਦੇ। ਉਹ ਚੀਜ਼ ਕਿਹੜੀ ਹੈ? ਕਹਿੰਦੇ ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸਣ। ਸਭ ਕੁਝ ਛੱਡ ਦੇਣਗੇ, ਮਾਂ ਛੱਡ ਦੇਣਗੇ, ਪਿਓ ਛੱਡ ਦੇਣਗੇ, ਭੈਣ ਭਰਾ ਸਭ ਕੁਝ ਛੱਡ ਦੇਣਗੇ, ਰਿਸ਼ਤੇ ਨਾਤੇ ਸਭ ਤਿਆਗ ਦੇਣਗੇ। ਪਰ ਜੇ ਦੁਨੀਆ ਦੇ ਲੋਕਾਂ ਨੇ ਸਭ ਕੁਝ ਤਾਂ ਛੱਡ ਦਿੱਤਾ ਹੈ, ਹੁਣ ਆ ਬੰਦਗੀ ਕਰਦਾ ਫਿਰਦਾ ਇਹ ਵੀ ਛੱਡ ਦੇ। ਕਹਿੰਦੇ ਨਹੀਂ, ਤੇਰੀ ਬੰਦਗੀ ਨਹੀਂ ਕਰਨੀ। ਦੁਨੀਆ ਦੇ ਲੋਕ ਹੱਸਦੇ ਆ, ਦਾਰਦ ਦੇਖ ਸਭ ਕੋ ਹੱਸੈ, ਐਸੀ ਦਸ਼ਾ ਹਮਾਰੀ। ਕਹਿੰਦੇ ਇਦਾਂ ਦੇ ਹਾਲਾਤ ਬਣ ਗਏ ਨਾ, ਤਨ ਦੇ ਕੱਪੜੇ ਪਾੜ ਗਏ ਆ, ਸਿਰ ਦੇ ਉੱਪਰ ਦਸਤਾਰ ਵੀ ਪਾਟੀ ਪਈ ਹੈ, ਫਕੀਰਾਂ ਵਾਲਾ ਲਿਬਾਸ ਬਣ ਗਿਆ। ਦੁਨੀਆ ਦੇ ਲੋਕ ਦੇ ਦੇਖ ਕਰਕੇ ਹੱਸਦੇ ਆ, ਇਦਾਂ ਦੇ ਹਾਲਾਤ ਬਣ ਗਏ। ਪਰ ਤਾਂ ਵੀ ਕਹਿੰਦੇ ਆ ਤੇਰੀ ਭਗਤ ਨਾ ਛੋਡਾਂ ਭਾਵੇਂ ਲੋਕ ਹੱਸੇ। ਭਾਵੇਂ ਦੁਨੀਆ ਦੇ ਲੋਕ ਹੱਸਦੇ ਆ ਮੇਰੇ ਵੱਲ ਵੇਖ ਕਰਕੇ, ਮੇਰੇ ਹਾਲਾਤ ਵੇਖ ਕਰਕੇ, ਮੇਰੀ ਗਰੀਬੀ ਵੇਖ ਕਰਕੇ, ਮੇਰੇ ਤਨ ਦੇ ਕੱਪੜੇ ਵੇਖ ਕਰਕੇ, ਮੇਰੇ ਹੁੰਦੀ ਨਿੰਦਿਆ ਨੂੰ ਵੇਖ ਕੇ, ਮੇਰੇ ਨਾਲ ਹੁੰਦੀ ਈਰਖਾ ਨੂੰ ਵੇਖ ਕੇ, ਮੇਰੇ ਨਾਲ ਹੁੰਦੇ ਵਿਤਕਰੇ ਨੂੰ ਵੇਖ ਕੇ ਨਾ ਦੁਨੀਆ ਦੇ ਲੋਕ ਹੱਸਦੇ ਆ। ਪਰ ਹੇ ਪਰਮੇਸ਼ਰ, ਤੇਰੀ ਬੰਦਗੀ ਕਦੇ ਵਾਸਤੇ ਨਹੀਂ ਛੱਡ ਸਕਦਾ। ਰੱਬ ਦੇ ਪਿਆਰੇ ਇਹ ਚੀਜ਼ ਨਹੀਂ ਤਿਆਗਦੇ, ਬਾਕੀ ਸਭ ਕੁਝ ਤਿਆਗ ਦਿੰਦੇ ਆ। ਕਿਉਂ? ਉਹ ਆਪਣਾ ਆਪ ਵੀ ਤਿਆਗ ਦਿੰਦੇ ਆ, ਉਹ ਆਪਣੇ ਮਨ ਨੂੰ ਤਿਆਗ ਦਿੰਦੇ ਆ। ਮਨ ਨੂੰ ਕੱਢ ਕੇ ਨਾ ਸਤਿਗੁਰੂ ਦੇ ਚਰਨਾਂ ਵਿੱਚ ਰੱਖ ਦਿੰਦੇ ਆ, ਮਨ ਨੂੰ ਵੇਚ ਦਿੰਦੇ ਆ। ਮਨ ਵੇਚਿਆ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਕਹਿੰਦੇ ਮਨ ਜਿਹੜਾ ਭਜਾਈ ਫਿਰਦਾ, ਉਹਨੂੰ ਕੱਢ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਰੱਖ ਦਿੰਦੇ ਆ। ਤੇ ਜਿਨ੍ਹਾਂ ਨੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਮਨ ਨੂੰ ਰੱਖਿਆ ਨਾ, ਹਉ ਮਨ ਅਰਪੀ ਹਉ ਤਨ ਅਰਪੀ, ਅਰਪੀ ਸਭ ਦੇਸਾ। ਕਹਿੰਦੇ ਸਾਰਾ ਦੇਸ਼ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੇ ਚਰਨਾਂ ਦੇ ਵਿੱਚ, ਸਾਰੀ ਜਾਇਦਾਦ ਤੇਰੇ ਚਰਨਾਂ ਦੇ ਵਿੱਚ, ਮੇਰਾ ਮਨ ਵੀ ਤੇਰੇ ਚਰਨਾਂ ਦੇ ਵਿੱਚ। ਤੇ ਜਿਨ੍ਹਾਂ ਨੇ ਮਨ ਅਰਪ ਦਿੱਤਾ ਨਾ, ਜਿਨ੍ਹਾਂ ਨੇ ਮਨ ਹੀ ਉਸ ਪਰਮੇਸ਼ਰ ਨੂੰ ਸੌਂਪ ਦਿੱਤਾ, ਆਪ ਗਵਾਈ ਹੈ। ਜਿਨ੍ਹਾਂ ਨੇ ਆਪਣਾ ਆਪ ਗਵਾ ਕੇ ਸੇਵਾ ਕੀਤੀ, ਸਿਮਰਨ ਕੀਤਾ, ਬੰਦਗੀ ਕੀਤੀ, ਤਾਂ ਸਹੁ ਪਾਈ ਹੈ। ਆਪ ਗਵਾਈ ਹੈ ਭਾਵ ਆਪਣੀ ਇੱਜ਼ਤ ਛੱਡ ਦੇ, ਆਪਣਾ ਰੁਤਬਾ ਛੱਡ ਕੇ ਆ ਗੁਰੂ ਘਰ ਦੇ ਵਿੱਚ। ਆਪਣੇ ਰੁਤਬੇ ਦਾ, ਆਪਣੇ ਪੈਸੇ ਦਾ, ਆਪਣੀ ਜ਼ਮੀਨ ਜਾਇਦਾਦਾਂ ਦਾ ਹੰਕਾਰ ਛੱਡ ਕੇ ਆ ਗੁਰੂ ਦੇ ਚਰਨਾਂ ਦੇ ਵਿੱਚ। ਆਪਣਾ ਆਪ ਗਵਾ ਕੇ ਆ, ਆਪਣੀ ਹਸਤੀ ਨੂੰ ਗਵਾ ਕੇ ਆ। ਤੇ ਜੇ ਆਪਣੀ ਹਸਤੀ ਨੂੰ ਗਵਾ ਕੇ ਆਏਗਾ ਤਾਂ ਹੀ ਉਸ ਪਰਮੇਸ਼ਰ ਦੇ ਨਾਮ ਦੀ ਮਸਤੀ ਤੈਨੂੰ ਮਿਲੇਗੀ। ਤੇ ਜਦੋਂ ਮਸਤੀ ਮਿਲ ਗਈ, ਆਪ ਗਵਾਈ ਹੈ, ਤਾਂ ਸਹੁ ਪਾਈ ਹੈ, ਤਾਂ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਸਹੁ ਉਹ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਔਰ ਕੈਸੀ ਚਤੁਰਾਈ, ਆਪ ਗਵਾਈ ਹੈ ਤਾਂ ਸਹੁ ਪਾਈ ਹੈ, ਫਿਰ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਤੇ ਜਿਨ੍ਹਾਂ ਨੇ ਫਿਰ ਆਪਣਾ ਆਪ ਛੱਡ ਦਿੱਤਾ ਨਾ, ਆਪਣੇ ਰੁਤਬਿਆਂ ਦਾ, ਆਪਣੀ ਜ਼ਮੀਨਾਂ ਦਾ, ਆਪਣੀਆਂ ਜਾਇਦਾਦਾਂ ਦਾ ਹੰਕਾਰ ਛੱਡ ਦਿੱਤਾ, ਆਪਣੇ ਆਪ ਨੂੰ ਸਵਾਰ ਲਿਆ, ਤੇ ਫਿਰ ਸਤਿਗੁਰਾਂ ਦੀ ਪਾਵਨ ਬਾਣੀ ਦੇ ਵਿੱਚ ਬਚਨੇ ਆਉਂਦੇ ਆ, ਆਪ ਸਵਾਰ ਹੈ ਮੈਂ ਮਿਲਹਾਂ। ਕਹਿੰਦੇ ਜੇ ਤੂੰ ਆਪਣਾ ਆਪ ਸਵਾਰ ਲਿਆ ਨਾ, ਆਪਣੇ ਮਨ ਦੇ ਵਿੱਚੋਂ ਕਾਮ ਨੂੰ ਤਿਆਗ ਦਿੱਤਾ, ਆਪਣੇ ਹਿਰਦੇ ਦੇ ਵਿੱਚੋਂ ਕ੍ਰੋਧ ਨੂੰ ਤਿਆਗ ਦਿੱਤਾ, ਲੋਭ ਮੋਹ ਹੰਕਾਰ ਨੂੰ ਤਿਆਗ ਦਿੱਤਾ, ਦੂਜਿਆਂ ਦੀ ਚੁਗਲੀ ਕਰਨਾ, ਚੁਗਲੀਆਂ ਤਿਆਗ ਦਿੱਤੀਆਂ, ਕੋਈ ਸੰਗਤ ਦੇ ਵਿੱਚ ਬੈਠਦਾ, ਕੋਈ ਸੰਗਤ ਤਿਆਗ ਦਿੱਤੀ, ਆਪਣਾ ਆਪ ਸਵਾਰ ਲਿਆ ਤੂੰ। ਆਪਣੇ ਮਨ ਨੂੰ ਜਦੋਂ ਨਿਰਮਲ ਕਰਨ ਦੇ ਵੱਲ ਤੁਰ ਪਿਆ ਨਾ, ਤਾਂ ਫਿਰ ਕੀ ਹੁੰਦਾ? ਆਪ ਸਵਾਰ ਹੈ ਮੈਂ ਮਿਲਾ ਹੈ। ਪਰਮੇਸ਼ਰ ਕਹਿੰਦਾ ਫਿਰ ਤੈਨੂੰ ਮੈਂ ਮਿਲੂੰਗਾ, ਫਿਰ ਮੇਰੀ ਪ੍ਰਾਪਤੀ ਹੋਏਗੀ ਤੈਨੂੰ। ਤੇ ਫਿਰ ਜਦੋਂ ਮੈਂ ਮਿਲ ਗਿਆ ਫਿਰ ਕੀ ਹੋਊ? ਮੈਂ ਮਿਲਿਆ ਸੁਖ ਹੋਏ। ਫਿਰ ਜਦੋਂ ਤੈਨੂੰ ਮੈਂ ਮਿਲ ਗਿਆ ਨਾ, ਫਿਰ ਤੈਨੂੰ ਦੁਨੀਆ ਦੇ ਸਾਰੇ ਸੁੱਖ ਪਦਾਰਥ ਤੇਰੇ ਚਰਨਾਂ ਦੇ ਵਿੱਚ ਆਪਣੇ ਆਪ ਆ ਕੇ ਬੈਠ ਜਾਣਗੇ, ਆਪਣੇ ਆਪ ਤੇਰੇ ਵੱਲ ਭੱਜੇ ਆਉਣਗੇ। ਜਿੱਦਾਂ ਵੇਖਿਆ ਨਾ, ਜਦੋਂ ਸੂਰਜ ਦੇ ਵੱਲ ਨੂੰ ਮੂੰਹ ਕਰਕੇ ਤੁਰਦੇ ਆ, ਜਦੋਂ ਸੂਰਜ ਦੇ ਵੱਲ ਨੂੰ ਪਿੱਠ ਕਰਕੇ ਤੁਰਦੇ ਆ, ਕੀ ਹੁੰਦਾ? ਸਾਡਾ ਪਰਛਾਵਾਂ ਸਾਡੇ ਮੂਹਰੇ ਮੂਹਰੇ ਭੱਜਦਾ ਹੈ। ਬੜਾ ਭੱਜ ਕੇ ਫੜਨ ਦਾ ਯਤਨ ਕਰੀਦਾ, ਕਦੇ ਕਰਕੇ ਵੇਖਿਓ, ਸੂਰਜ ਵੱਲ ਕਰ ਲਿਓ ਪਿੱਠ, ਤੇ ਉਸ ਆਪਣੇ ਪਰਛਾਵਾਂ ਜਿਹੜਾ ਤੁਹਾਨੂੰ ਮੂਹਰੇ ਤੁਹਾਡਾ ਤੁਰਦਾ ਨਜ਼ਰ ਆਏਗਾ ਨਾ, ਉਹਨੂੰ ਫੜਨ ਦੀ ਕੋਸ਼ਿਸ਼ ਕਰਿਓ, ਫੜਿਆ ਨਹੀਂ ਜਾਣਾ। ਇੱਦਾਂ ਹੀ ਜਦੋਂ ਸੂਰਜ ਦੇ ਵੱਲ ਨੂੰ ਮੂੰਹ ਕਰਕੇ ਤੁਰਦੇ ਆ, ਫਿਰ ਪਰਛਾਵਾਂ ਤੁਹਾਡੇ ਪਿੱਛੇ ਪਿੱਛੇ ਭੱਜਦਾ ਹੈ।
इदां ही साध संगत जी ये दुनिया दीयां दातां ने, ये दुनिया दे पदार्थ ने, जदों रब दे प्यारे परमेश्वर दे वल मूँह कर लैंदे आ ना, फिर दुनिया दे सारे पदार्थ उन्हां दे वल भजदे आ। ते जे उही रब दे प्यारे रब दे वल पिठ करके पदार्थां वल भज लैण, फिर वो जिद्दां परछावां साडे मूहरे मूहरे भजदा सूरज वल पिठ करिया ते उदां ही पदार्थ मूहरे मूहरे भजदे आ। आप सवार है मैं मिला हां, मैं मिलिया सुख होए। जदों परमेश्वर कहंदा मैं तैनूं मिल गया, फिर सारे पदार्थ तेरे पिछे पिछे भजणगे। आप सवार है मैं मिला, मैं मिलिया सुख होए फरीदा, जे तू मेरा होए रहा सब जग तेरा होए। फिर सारी दुनिया तेरी आ। वेखो अज सारी दुनिया महापुरखों की है ना, किड्डी दूरों दूरों आते हैं लोग, किड्डी दूर दूर तो संगतें आती है, दिल्ली तक तो, यूपी तक तो, हरियाणे तक तो, बाहरलियां स्टेटां तो संगत आती है, कनेडा अमरीका तो संगत आ करके इत्थे समागम दे विच अपनी हाज़री भरती है। ये सारी दुनिया महापुरख दी है। क्यों? क्योंकि गुरबाणी ने आखिया सगली धरती साध की तस्कर वैसे जाहे। ये सारी धरती साधुआं दी है। साध संगत जी आओ महापुरखां दे गुण गाउंदिआं कोलों, सतगुरां दी पावन बाणी की कथा विचार करदिआं कोलों बेअंत प्रकार दी भुल गलतियां हो जांदियां ने। समा भी उच्चा हो गया, कोई गल नहीं, ये समा ना जिहड़ा सानूं फिर साल बाद मिलना, तो साल दे विच असीं पता नहीं होना, पता नहीं होना। हुण पिछले साल जदों ये समागम होया सी, साडे विच किन्ने जाणे बैठे सन, ते अज कंधां ते बैठे आ, फोटोआं लगियां कंधां ते लटकदियां ने उन्हां दियां। इस करके ये समा है, ये फिर साल बाद सानूं प्राप्त होना। आप सरबत संगत दा धन्नवाद जिन्हां ने इस 16 दिनां दे विच संगत कीती, लंगरां दे विच सेवा कीती, महापुरखां दे नाल साध संगत जी नगर कीर्तन दे विच सेवा कीती, संगतां दी सेवा कीती, इस गुरु घर दे विच आके सेवा कीती। आपो अपने गुरु घरां दे विच भी जिन्हां ने सेवावां कीतियां ने, सारियां दा उन्हां दा धन्नवाद है। महापुरखां दे वल्लों बड़ा धन्नवाद है। ते कल नूं साध संगत जी इस समागम दी संपूर्णता ही हो जानी है, समाप्ति हो जानी है। कल नूं 9:15 वजे दे करीब सतगुरां दी पावन बाणी दे जिहड़े 151 अखंड पाठ आपां प्रारंभ कीते सी ना, सतगुरां दा ओट आसरा लै करके महापुरखां ने, उन्हां दी संपूर्णता ही हो जानी है। अरदास होवेगी, उस तो उपरंत सतगुरां दे पावन सरूपां नूं खुले पंडालां दे विच साध संगत जी लिजाया जाना, ते फिर खुले पंडालां दे विच दीवान सजणगे। बेअंत साडे सिख पंथ दीयां सिरमौर हस्तियां कल नूं पहुंच रहीआं ने, जिथे इन्ने दिन आप सरबत संगत ने सेवा की है, सिमरन किया है, सतगुरां दी पावन बाणी दे जाप सुने हैं। कल नूं वध तो वध गिणती दे विच पहुँच करके इस समागम की शोभा नूं वधाउणा है, क्योंकि साध संगत जी साधुआं ने, बेअंत साधुआं ने आउणा, ते साधुआं दे जिहड़े वचन हुंदे आ, सतगुरां दी पावन बाणी दे वचन हुंदे आ, वो जिंदगी बदलण दे साध संगत जी समर्था रखदे आ, वो लेख बदलण दे समर्था रखदे आ। पता नहीं किसी के हिरदे दे विचों निकले हुए किहड़े वचन ने साडी जिंदगी बदल देनी है। इस करके जिथे आप आउणा ना जुड़ के, उत्थे अपने आंढियां गवांढियां नूं, रिश्तेदारां नूं, मित्रां नूं भी लै करके आउणा। जोड़न वर्गा पुण्य कोई नहीं ते तोड़न वर्गा पाप कोई नहीं। हुण छोटी जी उदाहरण दे के समाप्ति करना। हुण आपां कपड़े सियाउने देण जांदे सां पुराने समयां दे विच, अज तां सब कुछ मिल जांदा ना बणिया बनाया, जिद्दां दे मर्जी कपड़े लै लओ, जिद्दां दा मर्जी बनया बनाया सूट लै लो, सब कुछ बनया बनाया मिल जाता। पहलां की हुंदा सी, दर्जियां दे कोल कपड़े लै करके जाने पैंदे सी। पहलां बाजार दे विचों कपड़ा खरीदना, फिर दर्जी कोल लैके जाना, फिर उहने सिउं के देना, फिर वो पाउणे। ते जदों दर्जी कोल जांदे सन, अज भी दर्जी ने, जदों दर्जी दे कोल जाईदा, कदे ध्यान मार के वेखिओ, उहदे पग दे विच ना एक सूई टंगी हुंदी है, ते जिथे वो बैठदा उन्हें अपने पैरों के कोल कैंची रखी होंगी है। हुण कैंची का की काम है? तोड़ना। कपड़ा कट देंदी है, अड अड कर देंदी है, तोड़ देंदी है। उसकी थां कित्थे है? दर्जी के पैरों के विच। ते सूई दे नाल की करदा? वो तरपाई करदा, कट्टे हुए कपड़े नूं जोड़दा। उसकी थां कित्थे है? दर्जी के सिर दे विच, पग दे विच। ते जिहड़ा तां सतगुरां दे दरबार दे नाल, धन गुरु ग्रंथ साहिब महाराज जियां दे नाल अपने किसी मित्र नूं, अपने किसी आंढी गवांढी नूं, अपने किसी रिश्तेदार नूं इत्थे लिया करके जोड़ेगा, पता नहीं किहने जुड़ जाना।
ਜਿਹੜਾ ਜੁੜ ਗਿਆ, ਜੇ ਇੱਕ ਵੀ ਜੁੜ ਗਿਆ ਨਾ, ਆ ਮਹਾਂਪੁਰਖ ਏਡੇ ਏਡੇ ਸਮਾਗਮ ਕਿਉਂ ਕਰਦੇ ਆ? ਕਹਿੰਦੇ ਜੇ ਇੱਕ ਵੀ ਜੁੜ ਗਿਆ ਤਾਂ ਸਾਡਾ ਜੀਵਨ ਸਫਲ ਹੈ। ਜੇ ਇਦਾਂ ਹੀ ਤੁਸੀਂ ਸਾਧ ਸੰਗਤ ਜੀ ਆਪਣੇ ਨਾਲ ਸੰਗਤ ਲੈ ਕੇ ਆਓਗੇ ਨਾ, ਇੱਕ ਵੀ ਜੁੜ ਗਿਆ, ਸਾਡਾ ਆਉਣਾ ਜਾਣਾ ਇਸ ਸੰਸਾਰ ਤੋਂ ਸਫਲਾ ਹੋ ਜਾਣਾ। ਇਹ ਲੋਕ ਸੁਖੀਏ ਪੁਰਲੇਵ ਸਹੇਲੇ। ਜਿੱਦਾਂ ਫਿਰ ਜੋੜਨ ਵਾਲੀ ਸੂਈ ਨੂੰ ਦਰਜੀ ਆਪਣੇ ਸਿਰ ਦੇ ਉੱਤੇ ਪੱਗ ਦੇ ਵਿੱਚ ਲਾ ਲੈਂਦਾ ਨਾ, ਉਦਾਂ ਹੀ ਫਿਰ ਰੱਬ ਉਹਨੂੰ ਆਪਣੀਆਂ ਪਲਕਾਂ ਦੇ ਉੱਪਰ ਬਿਠਾ ਲੈਂਦਾ। ਉਹਨਾਂ ਦੀ ਜੈ ਜੈਕਾਰ ਇਸ ਸੰਸਾਰ ਦੇ ਵਿੱਚ ਹੁੰਦੀ ਰਹਿੰਦੀ ਹੈ। ਕਿਉਂ? ਕਿਉਂਕਿ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਿਨ੍ਹਾਂ ਦੇ ਮਨ ਦੇ ਵਿੱਚ ਉਹ ਪਰਮੇਸ਼ਰ ਵਸ ਗਿਆ, ਉਹਨਾਂ ਦੀ ਜੈ ਜੈਕਾਰ ਇਸ ਸੰਸਾਰ ਦੇ ਵਿੱਚ ਹੁੰਦੀ ਰਹਿਣੀ ਹੈ। ਆਓ ਸਾਧ ਸੰਗਤ ਜੀ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਸਮਾਂ ਵੀ ਉੱਪਰ ਹੋ ਗਿਆ, ਉਹਦੇ ਵਾਸਤੇ ਮਾਫੀ ਮੰਗਦਾ। ਤੇ ਆਪਣਾ ਜਿਹੜਾ ਇਹ ਪ੍ਰਸੰਗ ਸੀ ਇੱਥੇ ਹੀ ਸਮਾਪਤ ਹੈ। ਹੁਣ ਕੱਲ੍ਹ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚ ਕਰਕੇ ਇਸ ਸਮਾਗਮ ਦਾ, ਇਸ ਸਮੇਂ ਦਾ ਆਪਾਂ ਸਾਰਿਆਂ ਨੇ ਲਾਹਾ ਲੈਣਾ। ਬੇਅੰਤ ਮਹਾਂਪੁਰਖਾਂ ਨੇ ਪਹੁੰਚਣਾ, ਸਾਰਿਆਂ ਨੇ ਮਹਾਂਪੁਰਖਾਂ ਦੇ ਬਚਨ ਸਰਵਣ ਕਰਨੇ ਆ, ਆਪਣਾ ਜੀਵਨ ਸਫਲ ਕਰਨਾ।